सतनाम वाहिगुरु साहिब जी। एकंकारा सतगुरु तेह प्रसाद सच होए। वाहिगुरु जी की फतेह। बेगन बिनासन सोए। आस किरपान खंडो खड़ग तुपक तबर अर तीर। सैफ सरोही सहथी यह हमारे पीर। जिते शास्त्र नामं नमस्कार तामं। जिते अस्त्र पेयं नमस्कार तेयं। धन जियो तेह को जग में मुख ते हर चित में जुद्ध विचारै। देह अनित नानित रहै जस नाव चढ़ै भव सागर तारै। धीरज धाम बनाए यह तन बुद्ध सो दीपक जाओ उजियारै। ज्ञान है कि बढ़नी मनो हाथ लै कातरता कुतवार बुहारै। जाको हर रंग लागो इस युग में है सो कहियत है सूरा। आत्म जिणै सगल वसता कै जाका सतगुर पूरा। बेसुमार अथाह अगनत तोलै जो भुलावहो त्यो नानक दास बोलै। परम सत्कारयोग सतगुरां दी साजी नवाजी गुरु प्यारी गुरु सवारी। गुरु का खास रूप गुरु खालसा साध संगत जियो। जुगो जुग अटल गुरता गद्दी पर शुभायमान। दसां पातशाहियां दी आत्मक जोत बाणी गुरु शब्द गुरु। राजान राज भानान भान देवान देव। उपमा महान सतगुरु प्रतख सतगुरु। धन धन आदि श्री गुरु ग्रंथ साहिब जी महाराज साहिब जी दी अपार किरपा बख्शिश रहमत हो रही है। गरीब नवाज सच्चे पातशाह जी दी नदर दा सदका सतगुरु सच्चे पातशाह जी दे पावन अस्थान गुरुद्वारा शहीदां नगर तलण जिला जलंधर विखे आप जी हफ्तावारी समागम दे विच हाज़री भर रहे हो। संध्या दे दीवान सजे हुए दीवानां विच गुरु के रागी सिंघां दी रसना तो आप जी ने पवित्र गुरबाणी दे शब्दां दा मनोहर कीर्तन सरवण करके आनंद माणिया है, लाहा प्राप्त किया है। उपरंत सतगुरु सच्चे पातशाह जी के चरणों विच रहरास साहब के पाठ गुरु के ग्रंथी सिंघां ने बड़े प्यार दे नाल संगतां नूं सरवण करवाए। तो हुण जिन्ना समा सतगुरु जी अपनी रहमत सदका बख्शदे है गुरु चरणों विच जुड़ के गुरबाणी गुरमत दी विचार गुर इतिहास दी विचार दे नाल जुड़िए।
ਜਿੱਥੇ ਆਪ ਜੀ ਅੱਜ ਐਤਵਾਰ ਦੇ ਇਸ ਹਫ਼ਤਾਵਾਰੀ ਸਮਾਗਮ ਦੀ ਹਾਜ਼ਰੀ ਭਰ ਰਹੇ ਹੋ। ਬੇਅੰਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ, ਨਗਰ ਸੰਗਤਾਂ, ਇਲਾਕਾ ਨਿਵਾਸੀ ਸੰਗਤਾਂ ਤਥਾ ਦੂਰ ਦੁਰਾਡਿਆਂ ਤੋਂ ਆਪ ਜੀ ਹਰ ਹਫ਼ਤੇ ਪਹੁੰਚਦੇ ਹੋ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰ ਰਹੇ ਹੈ। ਜੋ ਵੀ ਮਨੋਕਾਮਨਾਵਾਂ ਲੈ ਕੇ ਗੁਰੂ ਕੀਆਂ ਸੰਗਤਾਂ ਮਹਾਂਪੁਰਖਾਂ ਦੇ ਇਸ ਅਸਥਾਨ ਦੇ ਉੱਤੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਮਹਾਂਪੁਰਖ, ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖ ਦੇ ਇਸ ਤਪ ਅਸਥਾਨ ਦੇ ਉੱਤੇ ਜਿਸ ਭਾਵਨਾ ਨੂੰ ਲੈ ਕੇ ਗੁਰੂ ਪਿਆਰੇ ਅਰਦਾਸ ਕਰਦੇ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਦੀਆਂ ਮਨੋਕਾਮਨਾਵਾਂ ਸੰਪੂਰਨ ਕਰਦੇ ਹਨ। ਅੱਜ ਜਿੱਥੇ ਇਹ ਹਫ਼ਤਾਵਾਰੀ ਸਮਾਗਮ ਹੈ, ਉੱਥੇ ਪੰਚਾਂਗ ਦੇ ਮੁਤਾਬਕ ਅੱਜ ਪੂਰਨਮਾਸ਼ੀ ਦਾ ਦਿਨ ਹੈ। ਫੱਗਣ ਮਹੀਨੇ ਦੀ ਫਾਗ ਦੀ ਜਿਹੜੀ ਪੂਰਨਮਾਸ਼ੀ ਹੈ, ਇਹਨੂੰ ਵਿਸ਼ੇਸ਼ ਕਰਕੇ ਹੋਲੀ ਦੇ ਦਿਵਸ ਵਜੋਂ ਭਾਰਤ ਵਰਸ਼ ਦੇ ਵਿੱਚ ਮਨਾਇਆ ਜਾਂਦਾ ਹੈ। ਵੱਖ-ਵੱਖ ਧਰਮਾਂ ਦੇ ਲੋਕ ਇਸ ਮੌਸਮੀ ਤਿਉਹਾਰ ਨੂੰ ਬੜੀਆਂ ਖੁਸ਼ੀਆਂ, ਚਾਵਾਂ, ਰਾਗਾਂ, ਰੰਗਾਂ ਦੇ ਨਾਲ ਮਨਾਉਂਦੇ ਹੈ। ਅਤੇ ਇਸ ਤਿਉਹਾਰ ਨੂੰ ਮਨਾਉਣ ਦੇ ਪਿੱਛੇ ਜੋ ਪੌਰਾਣਿਕ ਕਥਾ ਹੈ, ਜੋ ਮਕਸਦ ਹੈ, ਸੋ ਆਪ ਜੀ ਨੇ ਅੱਜ ਸਵੇਰ ਦੇ ਦੀਵਾਨ ਵਿੱਚ ਵੀ ਸੰਖੇਪ ਰੂਪ ਦੇ ਵਿੱਚ ਥੋੜ੍ਹੇ ਸਮੇਂ ਵਿੱਚ ਸਰਵਣ ਕਰ ਲਿਆ ਸੀ। ਪਰ ਆਓ ਆਪਾਂ ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰਦੇ ਆ, ਇਹ ਹੋਲੀ ਦਾ ਤਿਉਹਾਰ ਦੁਨੀਆ ਦੇ ਲੋਕ ਕਿਵੇਂ ਮਨਾਉਂਦੇ ਸਨ, ਔਰ ਗੁਰੂ ਘਰ ਨੇ, ਗੁਰਮਤ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖ ਨੂੰ, ਆਪਣੇ ਖਾਲਸੇ ਨੂੰ ਕਿਵੇਂ ਹੋਲੀ ਤੋਂ ਹੋਲਾ ਬਣਾ ਕੇ ਬਖਸ਼ਿਸ਼ ਕੀਤਾ। ਇਹ ਸਾਰੇ ਵਿਚਾਰ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਸਰਵਣ ਕਰਨੀ ਹੈ। ਆਓ ਸਰਬੱਤ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਇੱਕ ਵਾਰ ਮਨ ਬਿਰਤੀਆਂ ਨੂੰ ਇਕਾਗਰ ਕਰਨ ਹਿਤ ਰਸਨਾ ਸਫਲੀ ਕਰਨ ਦੇ ਵਾਸਤੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਦੇ ਨਾਲ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਲੀ ਦਾ ਤਿਉਹਾਰ ਔਰ ਇਸ ਤੋਂ ਦੂਸਰੇ ਦਿਨ ਹੋਲਾ, ਜੋ ਖਾਲਸੇ ਦੇ ਤਿਉਹਾਰਾਂ ਦੇ ਵਿੱਚੋਂ ਇੱਕ ਵਿਸ਼ੇਸ਼ ਤਿਉਹਾਰ ਹੈ। ਬੜੀ ਸ਼ਰਧਾ, ਚਾਉ, ਹਲਾਸ ਦੇ ਨਾਲ ਦੂਰ ਦੁਰਾਡਿਆਂ ਤੋਂ, ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਕੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਹਾਜ਼ਰੀਆਂ ਭਰਦੀਆਂ, ਗੁਰੂ ਕੀਆਂ ਖੁਸ਼ੀਆਂ ਦੇ ਪਾਤਰ ਬਣਦੇ ਹਨ ਗੁਰੂ ਪਿਆਰੇ। ਸੋ ਅੱਜ ਜਿਹੜਾ ਹੋਲੀ ਦਾ ਪਰਵ ਹੈ, ਪੁਰਾਤਨ ਸਮੇਂ ਤੋਂ ਹੀ ਧਾਰਮਿਕ ਗ੍ਰੰਥਾਂ ਦੇ ਵਿੱਚ ਇਸ ਹੋਲੀ ਦੇ ਪਰਵ ਦਾ ਜ਼ਿਕਰ ਆਉਂਦਾ ਹੈ। ਨਾਰਦ ਪੁਰਾਣ ਦੇ ਵਿੱਚ ਵੀ, ਭਵਿੱਖਤ ਪੁਰਾਣ ਦੇ ਵਿੱਚ ਵੀ ਜਿਹੜੀਆਂ ਉਹਨਾਂ ਦੀਆਂ ਹਸਤ ਲਿਪੀਆਂ ਮਿਲਦੀਆਂ, ਉਹਨਾਂ ਸਾਰਿਆਂ ਦੇ ਵਿੱਚ ਇਸ ਤਿਉਹਾਰ ਦਾ ਜ਼ਿਕਰ ਆਇਆ ਹੈ। ਇਸੇ ਪ੍ਰਕਾਰ ਸੰਸਕ੍ਰਿਤ ਭਾਸ਼ਾ ਦੇ ਗ੍ਰੰਥਾਂ ਦੇ ਵਿੱਚ ਵੀ ਇਹਨੂੰ ਬਸੰਤ ਉਤਸਵ ਕਰਕੇ ਲਿਖਿਆ ਗਿਆ ਹੈ। ਮੁਸਲਮਾਨ ਸੈਲਾਨੀਆਂ ਨੇ ਜਿਹੜੇ ਭਾਰਤ ਦੇ ਵਿੱਚ ਘੁੰਮਣ ਦੇ ਲਈ ਆਏ, ਉਹਨਾਂ ਨੇ ਵੀ ਹੋਲਿਕਾ ਉਤਸਵ ਦੇ ਨਾਮ ਦੇ ਨਾਲ ਆਪਣੀਆਂ ਰਚਨਾਵਾਂ ਦੇ ਵਿੱਚ ਇਸ ਤਿਉਹਾਰ ਦਾ ਜ਼ਿਕਰ ਕੀਤਾ ਹੈ। ਅਤੇ ਇਸੇ ਪ੍ਰਕਾਰ ਸਿਰਫ ਹਿੰਦੂ ਮਤ ਦੇ ਵਿੱਚ ਨਹੀਂ, ਸਨਾਤਨ ਮਤ ਦੇ ਵਿੱਚ ਨਹੀਂ, ਬਲਕਿ ਇਸਲਾਮ ਧਰਮ ਦੇ ਵਿੱਚ ਵੀ ਇਸ ਹੋਲੀ ਦੇ ਪਰਵ ਨੂੰ ਮਨਾਇਆ ਜਾਂਦਾ ਰਿਹਾ। ਵੱਡੇ ਵੱਡੇ ਮੁਗਲ ਬਾਦਸ਼ਾਹ ਅਕਬਰ ਵਰਗੇ, ਅਕਬਰ ਦਾ ਜੋਧਾਬਾਈ ਦੇ ਨਾਲ ਹੋਲੀ ਦਾ ਤਿਉਹਾਰ ਖੇਡਣਾ, ਇਹਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ। ਇਸੇ ਪ੍ਰਕਾਰ ਜਹਾਂਗੀਰ ਬਾਦਸ਼ਾਹ ਦਾ ਨੂਰ ਜਹਾਂ ਦੇ ਨਾਲ ਹੋਲੀ ਖੇਡਣਾ, ਕਹਿਣ ਤੋਂ ਭਾਵ ਕੀ ਅਮੀਰ ਅਤੇ ਕੀ ਗਰੀਬ, ਸਾਰੇ ਦੁਨੀਆ ਦੇ ਲੋਕ ਇਸ ਨੂੰ ਆਪੋ ਆਪਣੇ ਤਰੀਕਿਆਂ ਦੇ ਨਾਲ ਮਨਾਉਂਦੇ ਹੈ। ਕਿਉਂਕਿ ਮੌਸਮੀ ਤਿਉਹਾਰ ਹੈ, ਬਸੰਤ ਰੁੱਤ ਖਿੜੀ ਹੁੰਦੀ ਆ ਆਪਣੇ ਪੂਰੇ ਜ਼ੋਬਨ ਦੇ ਉੱਤੇ ਆ ਕੇ, ਅਤੇ ਜਿਹੜੇ ਫੁੱਲਦਾਰ ਫਲਦਾਰ ਬੂਟੇ ਆ ਉਹਨਾਂ ਨੂੰ ਤਾਂ ਫੁੱਲ ਪੈਣੇ ਹੀ ਆ ਗੁਰਮੁਖ ਪਿਆਰਿਓ। ਵੱਟਾਂ ਡੋਲਿਆਂ ਦੇ ਉੱਤੇ ਜਿਹੜਾ ਘਾਹ ਬੂਟੇ ਵਾਧੂ ਨਦੀਨ ਉੱਗੇ ਹੁੰਦੇ ਆ ਨਾ, ਇਸ ਰੁੱਤ ਵਿੱਚ, ਬਸੰਤ ਰੁੱਤ ਦੇ ਵਿੱਚ ਤਾਂ ਪ੍ਰਕਿਰਤੀ ਦੇ ਉੱਤੇ ਇੰਨਾ ਅਸਰ ਹੁੰਦਾ ਹੈ ਕਿ ਉਹਨਾਂ ਵੱਟਾਂ ਡੋਲਿਆਂ ਦੇ ਉੱਤੇ, ਖਾਲਾਂ ਖੱਬਿਆਂ ਦੇ ਉੱਤੇ ਜਿਹੜੇ ਨਦੀਨ ਉੱਗੇ ਹੁੰਦੇ ਆ, ਉਹਨਾਂ ਨੂੰ ਵੀ ਫੁੱਲ ਪੈ ਜਾਂਦੇ ਆ।
क्योंकि बसंत की रुत है, खिड़ाऊ की रुत है, और इस रुत दे विच साडा मन एवें चिंता झोरिया निराशा दे नाल नीरस होया रहे, उदास होया रहे, तो गुरमुख प्यारिओ गल बनती नहीं। क्योंकि प्रकृति दे नाल एकमिक होना एक कुदरत का नियम है, जो उहदे नाल मिल जाना, उहदे नाल मिल के खुशियां बखेरनियां, मन नूं हलास दे विच खेड़े विच लैके आउणा, इहदे वास्ते सानू सारिਆਂ ਨੂੰ ਯਤਨ करने चाहिए आ। ते सब तो वड्डा आनंद का सोमा सतगुर सच्चे पातशाह ने सानू गुरु की बाणी दिता है। जिस बाणी नूं पढ़न सुनन दे नाल मन दे विच खेड़ा आउंदा है, आनंद आउंदा है, उत्साह आउंदा है, और हर प्रकार के झोरे चिंतावां तो जो गुरु की बाणी मुक्त करन वाली है। आनंद आनंद सब को कहे, आनंद गुरु ते जाने आ। ये गुरु के बचनों तो, गुरु की बाणी तो वो आनंद की प्राप्ति हुंदी है। जिस गुरबाणी के बाबत सतगुरां दे वाक हन, सतगुरां दे पवित्र बचन हन, धुर की बाणी आई तिन सगली चिंत मिटाई। ये जिहड़ी धुर दरगाह तो आई हुई बाणी है, जदों धुर दरगाह तो आई हुई बाणी साडे हिरदियां दे विच आ जावेगी, साडे हिरदियां विच वस जावेगी, तो तिन सगली चिंत मिटाई। ये साड़ियाँ सारियां चिंतावां झोरे दुखां तकलीफां कलेशां नूं दुख रोग संताप उतरे, सुनी सच्ची बाणी। सो सतगुरु के दर घर दे विच धन गुरु अर्जन देव महाराज सच्चे पातशाह ने बसंत राग दे विच जिहड़ा ये शब्द उचारण किया है, आज हमारा गृह बसंत, आज हमारा बने फाग, प्रभ संगी मिल खेलन लाग, होली कीनी संत सेव, रंग लागा अत लाल देव। वाहिगुरु परमेश्वर के नाम का रंग लग जाए, प्रेम लग जाए मन नूं, ते सतगुरु ने बाणी विच कहा जिन्हां नूं लग गया वो बहुत वड्डे भागां वाले आ भाई। जाको हर रंग लागो इस युग में है, सो कहियत है सूरा, आत्म जिणै सगल वस ताकै, जाका सतगुर पूरा। लाल रंग तिस को लगा जिसके वड भागा, मैला कदे न होवई नह लागै दागा। ना मैला ना धुंधला, ना भगवा ना कच, नानक लालो लाल है सच्चे रत्ता सच। वो सच्चे वाहिगुरु परमेश्वर दे नाल जदों साडा मन रत्या गया, रंगिया गया, जिनके चोले रतड़े प्यारे, कंत तिना कै पास, धूड़ तिना की जे मिलै जी कहो, नानक की अरदास। साडे जीवन नूं, साडे जीवन दे विच साडे जीअड़े नूं उन्हां दे चरनां दी धूड़ी मिल जावे। जिहड़े रत्ते गए हन ऐसे रत्ते होए जिन्हां सास गरास न विसरै, हर नामा मन मंत, धन से सही नानका पूर्ण सोई संत। ऐसे साधुआं दी संगत दे विच जाके वाहिगुरु दे नाम दा गुलाल खेडना, वाहिगुरु दे नाम दे रंग दा आनंद मानना, ये गुरसिखां दी होली है। होली कीनी संत सेव, रंग लागा अत लाल देव। दुनिया के लोग ये पुरातन समय तो होली का त्यौहार मनाउंदे आ रहे हैं, भावें कि त्यौहारां की शुरुआत किसी भी रवायत की शुरुआत वो किसी होर तरीके नाल हुंदी है, पर हौली हौली समा बदलदियां 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 उहदे विच कई प्रकार के बदलाव आ जाते हैं, कई प्रकार दीयां तब्दीलियां आउणियां, ये सुभाविक गल है। पुराणिक कथा आप जी ने सारिਆਂ ने सुनी है, तो गुरबाणी विच भी सतगुरां ने कई जगह के उत्ते जिसका जिक्र किया है। रहरास साहिब का पाठ पढ़दे हाँ, आसा दी वार का शब्द पढ़दे हाँ, छंत हर जुग जुग भगत उपाया, पैज रखदा आया राम राजे, हरनाखस दुष्ट हर मारिया, प्रहलाद तराया। ये होली का संबंध है प्रहलाद के इतिहास के नाल, हरनाक्ष के इतिहास के नाल। हरनाक्ष एक दैत होया गुरु प्यारिओ, जिन्हें परमेश्वर की आराधना की, आराधना करके वर प्राप्त कर लिया कि मैं ना दिने मरा, ना रात नूं मरा, ना धरती ते मरा, ना आसमान विच मरा, ना मैनू कोई मनुख मार सके, ना कोई जानवर मार सके, इस तरह ना कोई अस्त्र मैनू मार सके, ना मैनू कोई शस्त्र कट सके। इस प्रकार के बहुत सारे वरदान प्राप्त कर लए।
ਤੇ ਆਪਣੇ ਆਪ ਨੂੰ ਅਮਰ ਸਮਝਣ ਲੱਗ ਪਿਆ ਕਿ ਮੈਂ ਹੁਣ ਇਸ ਤੋਂ ਬਾਅਦ ਮਰਨਾ ਨਹੀਂ, ਸਦੀਵ ਕਾਲ ਮੇਰੀ ਹੋਂਦ ਇਹ ਧਰਤੀ ਉੱਤੇ ਰਹਿਣੀ ਹੈ। ਪਰ ਗੁਰੂ ਪਿਆਰਿਓ, ਜੋ ਪ੍ਰਮਾਤਮਾ ਨੇ ਪੈਦਾ ਕੀਤਾ, ਜੋ ਦ੍ਰਿਸ਼ਟੀ ਦੇ ਵਿੱਚ ਆ ਰਿਹਾ, ਸਾਨੂੰ ਦਿਖਾਈ ਦੇ ਰਿਹਾ, ਉਹ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਚਾਹੇ ਬਾਦਸ਼ਾਹ ਚਾਹੇ ਭਿਖਾਰੀ ਸਭ ਨੇ ਮਰਨਾ ਹੀ ਹੈ, ਸਭ ਨੂੰ ਮੌਤ ਆਉਣੀ ਹੈ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਿਡਾਨੀ ਰੇ। ਰਾਜਿਆਂ ਨੂੰ ਪਰਜਾ ਨੂੰ ਸਾਰਿਆਂ ਨੂੰ ਬਰਾਬਰ ਹੀ ਉਹ ਮੌਤ ਆਉਂਦੀ ਹੈ। ਜਿਨ ਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ। ਜਦੋਂ ਧੁਰ ਦਰਗਾਹ ਦੇ ਵਿੱਚ ਉਹ ਚੀਰੀ ਪਾਟ ਜਾਂਦੀ ਹੈ, ਚਿੱਠੀ ਆ ਜਾਂਦੀ ਹੈ, ਤੇ ਗੁਰਮੁਖ ਪਿਆਰਿਓ ਸੱਦਾ ਆ ਜਾਂਦਾ, ਫਿਰ ਜਾਣਾ ਹੀ ਪੈਂਦਾ। ਆਪਾਂ ਸ਼ਬਦ ਪੜ੍ਹਦੇ ਆ ਨਾ ਗੁਰੂ ਕੀ ਬਾਣੀ ਦਾ, ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹੇ। ਜਦੋਂ ਸੱਦਾ ਆ ਜਾਂਦਾ ਹੈ, ਪਰਮੇਸ਼ਰ ਵਾਹਿਗੁਰੂ ਬੁਲਾਵਾ ਭੇਜ ਦਿੰਦਾ, ਤੇ ਫਿਰ ਜਾਣਾ ਹੀ ਪੈਂਦਾ। ਪਰ ਇਹਨੇ ਸਮਝਿਆ ਕਿ ਮੈਂ ਨਹੀਂ ਜਾਣਾ, ਇਹ ਦੁਨੀਆ ਦੇ ਉੱਤੇ ਮੈਂ ਅਮਰ ਹੋ ਗਿਆ। ਤੇ ਫਿਰ ਮਨ ਵਿੱਚ ਵਿਚਾਰ ਆਈ, ਜਿਹੜਾ ਕਦੇ ਮਰਦਾ ਹੀ ਨਹੀਂ, ਜਿਹੜਾ ਖਤਮ ਹੀ ਨਹੀਂ ਹੁੰਦਾ, ਉਹ ਤਾਂ ਰੱਬ ਹੁੰਦਾ। ਇਹਨੇ ਸਮਝਣ ਲੱਗ ਪਿਆ ਕਿ ਮੈਂ ਹੀ ਰੱਬ ਹਾਂ। ਪਰਜਾ ਦੇ ਵਿੱਚ ਢੰਡੋਰਾ ਪਟਵਾ ਦਿੱਤਾ। ਆਪਣੀ ਪਰਜਾ ਨੂੰ, ਆਪਣੀ ਰਈਅਤ ਨੂੰ ਇਹ ਕਹਿ ਦਿੱਤਾ ਕਿ ਤੁਸੀਂ ਹੁਣ ਰਾਮ ਨਾਮ ਦਾ ਨਾਮ ਨਹੀਂ ਜਪਣਾ, ਤੁਸੀਂ ਕੀ ਜਪਣਾ? ਜਲੇ ਹਰਨਾਖਸ ਥਲੇ ਹਰਨਾਖਸ, ਇਹ ਜਾਪ ਕਰਨਾ ਹੈ ਕਿ ਜਲਾਂ ਥਲਾਂ ਵਿੱਚ ਸਭ ਥਾਈਂ ਹਰਨਾਕਸ਼ ਦਾ ਹੀ ਪਸਾਰਾ ਹੈ। ਔਰ ਹਰਨਾਕਸ਼ ਦਾ ਜੇ ਅਖਰੀ ਅਰਥ ਕਰੀਏ ਤੇ ਗੁਰਮੁਖ ਪਿਆਰਿਓ, ਹਰਨ ਆਖਸ਼, ਜਿਹਦੀਆਂ ਅੱਖਾਂ ਹਰਨ ਵਰਗੀਆਂ, ਹਰਨ ਵਰਗੀਆਂ ਪੀਲੀਆਂ ਅੱਖਾਂ ਵਾਲਾ, ਉਹਨੂੰ ਹਰਨਾਕਸ਼ ਕਿਹਾ ਜਾਂਦਾ ਹੈ। ਸੋ ਗੁਰਮੁਖ ਪਿਆਰਿਓ, ਇਹਨੇ ਢੰਡੋਰਾ ਪਟਵਾ ਦਿੱਤਾ। ਥੋੜ੍ਹਾ ਸਮਾਂ ਤੱਕ ਚੱਲਦੀ ਰਹੀ ਇਹ ਖੇਡ। ਇਹਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ, ਜਿਹਦਾ ਨਾਮ ਰੱਖਿਆ ਗਿਆ ਪ੍ਰਹਲਾਦ। ਜਿਵੇਂ ਕਲਰੀ ਧਰਤੀ ਦੇ ਵਿੱਚ ਕੋਈ ਫੁੱਲ ਖਿੜ ਜਾਵੇ ਨਾ ਗੁਰਮੁਖ ਪਿਆਰਿਓ, ਅਸੰਭਵ ਗੱਲ ਹੈ, ਪਰ ਫੁੱਲ ਖਿੜ ਪਵੇ। ਭਾਈ ਗੁਰਦਾਸ ਜੀ ਕਹਿੰਦੇ ਇਸ ਪ੍ਰਕਾਰ ਕਲਰੀ ਧਰਤੀ ਦੇ ਵਿੱਚ, ਭਾਵ ਹਰਨਾਕਸ਼ ਦੇ ਘਰ ਵਿੱਚ ਪ੍ਰਹਲਾਦ ਭਗਤੀ ਦੇ ਸਹਿਤ ਜਨਮਿਆ, ਭਗਤ ਜੰਮ ਪਿਆ। ਥੋੜ੍ਹਾ ਵੱਡਾ ਹੋਇਆ, ਸਕੂਲ ਪੜ੍ਹਨੇ ਪਾ ਦਿੱਤਾ। ਸੰਡਾ ਮਰਕਾ ਟੀਚਰਾਂ ਦੇ ਕੋਲ, ਅਧਿਆਪਕਾਂ ਦੇ ਕੋਲ ਪੜ੍ਹਨ ਜਾਂਦਾ ਹੈ। ਤੇ ਹੁਣ ਅਧਿਆਪਕ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਇ, ਜਿਹਦੀ ਸਰਕਾਰ ਹੈ ਉਹਨਾਂ ਨੇ ਹੁਕਮ ਮੰਨਣਾ ਹੀ ਹੁੰਦਾ ਭਾਈ। ਹੁਣ ਸਾਡੇ ਬੱਚਿਆਂ ਨੂੰ ਸਕੂਲਾਂ ਵਿੱਚ ਜੋ ਸਿੱਖਿਆ ਦਿੱਤੀ ਜਾਂਦੀ ਹੈ, ਤੇ ਸਰਕਾਰਾਂ ਜਿਸ ਤਰ੍ਹਾਂ ਦਾ ਸਿਲੇਬਸ ਨਿਯਤ ਕਰਦੀਆਂ, ਉਹਨਾਂ ਨੇ ਉਸੇ ਤਰ੍ਹਾਂ ਦਾ ਹੀ ਪੜ੍ਹਾਉਣਾ ਹੈ। ਜੋ ਕਹਿੰਦੇ ਆ ਪੜ੍ਹਾਓ, ਉਹਨਾਂ ਨੇ ਪੜ੍ਹਾ ਦੇਣਾ। ਜੋ ਕਹਿੰਦੇ ਨਹੀਂ ਪੜ੍ਹਾਉਣਾ, ਨਹੀਂ ਪੜ੍ਹਾਉਂਦੇ। ਜਿਸ ਦਿਨ ਕਹਿਣ ਸਕੂਲ ਲੱਗਣਾ ਲੱਗਦਾ, ਜਿੱਦਣ ਕਹਿਣ ਛੁੱਟੀ ਹੈ ਤਾਂ ਛੁੱਟੀ ਹੈ। ਸੋ ਇਸੇ ਪ੍ਰਕਾਰ ਇਹ ਸੰਡਾ ਮਰਕਾ ਹਰਨਾਕਸ਼ ਦੇ ਹੁਕਮ ਦੇ ਮੁਤਾਬਕ ਇਹਨਾਂ ਨੇ ਆਖਿਆ ਕਿ ਬੇਟਾ ਪ੍ਰਹਲਾਦ, ਤੁਸੀਂ ਵੀ ਜਲੇ ਹਰਨਾਕਸ਼ ਥਲੇ ਹਰਨਾਕਸ਼ ਜਪੋ। ਪਰ ਕਿਉਂਕਿ ਪਰਮੇਸ਼ਰ ਦੇ ਵੱਲੋਂ ਭਾਣਾ ਕੋਈ ਐਸਾ ਵਰਤਣ ਵਾਲਾ ਸੀ, ਇਹਨੇ ਆਖਿਆ ਨਹੀਂ, ਦੁਨਿਆਵੀ ਬੰਦੇ ਦਾ ਨਾਮ ਜਪਣਾ ਇਹ ਭਗਤੀ ਮਾਰਗ ਨਹੀਂ ਹੈ, ਇਹ ਸੱਚ ਦਾ ਮਾਰਗ ਨਹੀਂ ਹੈ, ਇਹ ਤਾਂ ਝੂਠੀ ਗੱਲ ਹੈ। ਮੈਂ ਇਹਨੂੰ ਕਦੇ ਵੀ ਪ੍ਰਵਾਨ ਨਹੀਂ ਕਰਾਂਗਾ। ਮੈਂ ਰਾਮ ਨਾਮ ਹੀ ਜਪਾਂਗਾ। ਰਾਮ ਨਾਮ ਜਪਦਾ ਰਿਹਾ, ਰੱਬ ਦਾ ਨਾਮ ਜਪਦਾ ਰਿਹਾ। ਜਦੋਂ ਇਹਨਾਂ ਦੇ ਕਹਿਣ ਤੋਂ ਨਾ ਟਲਿਆ ਤਾਂ ਇਹਨਾਂ ਨੇ ਕਿਤੇ ਕੱਲ੍ਹ ਨੂੰ ਗੱਲ ਸਾਡੇ ਉੱਤੇ ਨਾ ਆਵੇ, ਰਾਜੇ ਹਰਨਾਕਸ਼ ਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ। ਸਾਰਿਆਂ ਨੇ ਰਲ ਕੇ ਸਮਝਾਇਆ, ਪ੍ਰਹਲਾਦ ਪੁੱਤਰ, ਸਾਰੀ ਪਰਜਾ ਦੇ ਲੋਕ ਹਰਨਾਕਸ਼ ਦਾ ਨਾਮ ਜਪਦੇ ਆ, ਤੈਨੂੰ ਵੀ ਇਹੋ ਹੀ ਜਪਣਾ ਚਾਹੀਦਾ। ਪਰ ਇਹਨੇ ਆਖਿਆ ਨਹੀਂ, ਰਾਮ ਨਾਮ ਹੀ ਹਮੇਸ਼ਾ ਸੱਤ ਹੈ, ਸੋ ਰੱਬ ਦਾ ਨਾਮ ਹੀ ਮੈਂ ਜਪਾਂਗਾ। ਟਸ ਤੋਂ ਮਸ ਨਾ ਹੋਇਆ। ਤੇ ਗੁਰਮੁਖ ਪਿਆਰਿਓ, ਮਾਤਾ ਨੇ ਬਹੁਤ ਸਮਝਾਇਆ, ਮਾਤਾ ਨੇ ਉਪਦੇਸ਼ ਦਿੱਤਾ। ਗੁਰਬਾਣੀ ਦੇ ਵਿੱਚ ਵੀ ਇਸ ਸ਼ਬਦ ਦੇ ਵਿੱਚ ਜ਼ਿਕਰ ਆਇਆ, ਮਾਤਾ ਉਪਦੇਸੈ ਪ੍ਰਹਲਾਦ ਪਿਆਰੇ। ਮਾਤਾ ਕਹਿੰਦੀ ਹੈ, ਪ੍ਰਹਲਾਦ ਪੁੱਤਰਾ, ਮੇਰੇ ਪਿਆਰਿਆ, ਇਹ ਰਾਮ ਨਾਮ ਦਾ ਨਾਮ ਲੈਣਾ ਛੱਡ ਦੇ। ਪੁੱਤਰ ਰਾਮ ਨਾਮ ਛੋੜੋ, ਜਿਉ ਲੇਹੋ ਉਬਾਰੇ। ਹੇ ਪੁੱਤਰਾ, ਰੱਬ ਦਾ ਨਾਮ ਲੈਣਾ ਛੱਡ ਦੇ ਤੇ ਆਪਣੀ ਜਿੰਦ ਬਚਾ ਲੈ, ਜਾਨ ਬਚਾ ਲੈ, ਨਹੀਂ ਤਾਂ ਤੇਰਾ ਪਿਤਾ ਹਰਨਾਕਸ਼ ਤੈਨੂੰ ਬਹੁਤ ਭਾਰੀ ਸਜ਼ਾ ਦੇਵੇਗਾ, ਦੰਡ ਦੇਵੇਗਾ। ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਹੁੰਦੇ ਆ
ਜਿਹੜੇ ਆਸਰਾ ਹੁੰਦੇ ਆ ਬੱਚੇ ਦੇ ਮਾਤਾ ਪਿਤਾ। ਮਾਤਾ ਵੀ ਵਿਰੋਧ ਵਿੱਚ ਹੋ ਗਈ। ਪਿਤਾ ਉਹ ਤਾਂ ਪਹਿਲਾਂ ਹੀ ਵਿਰੋਧ ਵਿੱਚ ਸੀ, ਆਪਣਾ ਨਾਮ ਜਪਾਉਣਾ ਚਾਹੁੰਦਾ ਸੀ। ਤੇ ਤੀਜਾ ਹੁੰਦਾ ਆਸਰਾ ਰਾਜੇ ਦਾ, ਰਾਜਾ ਵੀ ਪਿਤਾ ਹੀ ਹੈ, ਉਹਦਾ ਵੀ ਆਸਰਾ ਕੋਈ ਨਹੀਂ। ਚੌਥੀ ਟੇਕ ਹੁੰਦੀ ਹੈ ਟੀਚਰਾਂ ਤੋਂ, ਉਸਤਾਦਾਂ ਤੋਂ, ਕਿ ਇਹ ਸਾਨੂੰ ਕੋਈ ਸਹੀ ਰਸਤਾ ਦਿਖਾਉਣਗੇ। ਪਰ ਉਹ ਤਾਂ ਖੁਦ ਗੁਲਾਮ ਨੇ, ਉਹ ਤਾਂ ਆਪ ਜਲੇ ਹਰਨਾਕਸ਼ ਥਲੇ ਹਰਨਾਕਸ਼ ਜਪਦੇ ਆ। ਇਸ ਕਰਕੇ ਉਹਨਾਂ ਨੇ ਆਖਿਆ ਤੈਨੂੰ ਵੀ ਇਹ ਜਲੇ ਹਰਨਾਕਸ਼ ਥਲੇ ਹਰਨਾਕਸ਼ ਜਪਣਾ ਪਵੇਗਾ। ਜਦੋਂ ਇਹ ਬਾਲਕ ਪ੍ਰਹਲਾਦ ਆਪਣੀ ਗੱਲ ਦੇ ਉੱਤੇ ਦ੍ਰਿੜ ਰਿਹਾ, ਨਾ ਮੰਨਿਆ, ਤੇ ਫਿਰ ਕਈ ਤਰ੍ਹਾਂ ਦੇ ਯਤਨ ਕੀਤੇ। ਮੈਂ ਸੰਖੇਪ ਕਰਾਂ, ਕਦੇ ਪਹਾੜੀ ਤੋਂ ਹੇਠਾਂ ਸੁੱਟਿਆ, ਕਦੇ ਦਰਖਤ ਤੋਂ ਹੇਠਾਂ ਸੁੱਟਿਆ, ਕਦੇ ਜਲ ਦੇ ਵਿੱਚ ਡੋਬਣ ਦਾ ਯਤਨ ਕੀਤਾ। ਪਰ ਪਰਮੇਸ਼ਰ ਵਾਹਿਗੁਰੂ ਜੀ ਦਾ ਰਾਖਾ ਹੋਵੇ, ਉਹਨੂੰ ਕੌਣ ਮਾਰ ਸਕਦਾ ਹੈ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ, ਚਾਉ ਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੈ ਨਾ ਭਾਈ। ਕੌਣ ਮਾਰੇ ਜਿਹਨੂੰ ਉਹ ਆਪ ਬਚਾਉਣ ਵਾਲਾ ਹੋਵੇ। ਤੇ ਗੁਰੂ ਪਿਆਰਿਓ, ਇਸ ਪ੍ਰਕਾਰ ਜਦੋਂ ਬੜੇ ਯਤਨ ਕੀਤੇ ਤਾਂ ਫਿਰ ਇਹਦੀ ਇੱਕ ਹਰਨਾਕਸ਼ ਦੀ ਭੈਣ ਸੀ, ਪ੍ਰਹਲਾਦ ਦੀ ਭੂਆ ਹੋਲਿਕਾ, ਉਹ ਆਈ ਆਪਣੇ ਭਰਾ ਦੀ ਮਦਦ ਕਰਨ। ਆਮ ਤੌਰ ਦੇ ਉੱਤੇ ਭੈਣਾਂ ਆਪਣੇ ਭਰਾ ਦੀ ਸੰਤਾਨ ਦੀ ਸੁੱਖ ਮੰਗਦੀਆਂ, ਮੇਰੇ ਭਰਾ ਦੀ ਪੀੜ੍ਹੀ ਅਗਾਂਹ ਚੱਲੇ। ਪਰ ਰਾਖਸ਼ ਬਿਰਤੀ ਇਹਨਾਂ ਉੱਤੇ ਐਸੀ ਭਾਰੂ ਹੋਈ, ਆਖਿਆ ਕਿ ਜੇਕਰ ਤੇਰੇ ਤੋਂ ਇਹ ਠੀਕ ਨਹੀਂ ਆਉਂਦਾ ਤੇ ਭਰਾਵਾ ਮੈਂ ਤੇਰਾ ਇਹ ਹੱਲ ਕਰ ਦਿੰਨੀ ਹੈ। ਉਹਨੇ ਵੀ ਭਗਤੀ ਕੀਤੀ ਹੋਈ ਸੀ, ਤੇ ਭਗਤੀ ਕਰਕੇ ਇੱਕ ਦੁਸ਼ਾਲਾ, ਇੱਕ ਚਾਦਰ ਪ੍ਰਾਪਤ ਕੀਤੀ ਹੋਈ ਸੀ, ਜਿਸ ਚਾਦਰ ਨੂੰ ਸਰੀਰ ਦੇ ਉੱਤੇ ਲਪੇਟਣ ਦੇ ਨਾਲ ਅੱਗ ਦਾ ਸੇਕ ਨਹੀਂ ਸੀ ਲੱਗਦਾ, ਅੱਗ ਪੋ ਨਹੀਂ ਸਕਦੀ ਸੀ। ਉਹਨੇ ਆਖਿਆ ਮੈਂ ਇਹ ਚਾਦਰ ਲਪੇਟ ਕੇ ਬਲ ਦੀ ਚਿਖਾ ਵਿੱਚ ਬਹਿ ਜਾਂਦੀ ਹੈ ਤੇ ਪ੍ਰਹਲਾਦ ਨੂੰ ਫੜ ਕੇ ਰੱਖਾਂਗੀ, ਤੇ ਇਹ ਚਾਦਰ ਦੀ, ਇਹ ਦੁਸ਼ਾਲੇ ਦੀ ਬਖਸ਼ਿਸ਼ ਦੇ ਨਾਲ ਮੈਨੂੰ ਕੁਝ ਨਹੀਂ ਹੋਵੇਗਾ ਤੇ ਪ੍ਰਹਲਾਦ ਸੜ ਕੇ ਸੁਆਹ ਹੋ ਜਾਏਗਾ। ਇਸੇ ਤਰ੍ਹਾਂ ਕੀਤਾ ਗਿਆ। ਚਿਖਾ ਚਿਣੀ ਗਈ, ਅੱਗ ਬਾਲੀ ਗਈ, ਲਪਟਾਂ ਉੱਠੀਆਂ। ਤੇ ਗੁਰਮੁਖ ਪਿਆਰਿਓ, ਉਹ ਵੱਡੀਆਂ ਵੱਡੀਆਂ ਅੱਗ ਦੀਆਂ ਲਾਟਾਂ ਦੇ ਪ੍ਰਹਲਾਦ ਨੂੰ ਗੋਦ ਦੇ ਵਿੱਚ ਜਿਸ ਵੇਲੇ ਉਹ ਲੈ ਕੇ ਬੈਠੀ ਹੋਲਿਕਾ, ਤੇ ਕੁਦਰਤ ਦੀ ਨੇਤ, ਕੁਦਰਤ ਦਾ ਵਰਤਾਰਾ ਐਸਾ ਵਰਤਿਆ, ਤੇਜ਼ ਹਨੇਰੀ ਚੱਲੀ, ਜਿਹੜੀ ਚਾਦਰ ਉਹਦੇ ਉੱਤੇ ਲਈ ਹੋਈ ਸੀ ਨਾ ਹੋਲਿਕਾ ਦੇ ਉੱਤੇ, ਲੈ ਕੇ ਪ੍ਰਹਲਾਦ ਦੇ ਤਨ ਦੇ ਦੁਆਲੇ ਲਪੇਟੀ ਗਈ। ਚਾਦਰ ਲਪੇਟੀ ਗਈ, ਜਿਹਨੂੰ ਰਾਮ ਨਾਮ ਦਾ ਆਸਰਾ ਚਾਦਰ ਦਾ ਬਹਾਨਾ ਸੀ। ਜਲ ਨਹੀਂ ਡੂਬੈ, ਤਸਕਰ ਨਹੀਂ ਲੈਵੈ, ਭਾਹੇ ਨਾ ਸਾਕੈ ਜਾਲੇ। ਕਿੱਥੇ ਅੱਗ ਦਾ ਸੇਕ ਲੱਗਣਾ ਸੀ, ਪ੍ਰਹਲਾਦ ਬਚ ਗਿਆ। ਪਾਸੇ ਖੜੇ ਸਪੋਰਟਰ ਜਿਹੜੇ ਹੈਗੇ ਨੇ, ਹਮੈਤੀ ਹੈ ਹਰਨਾਕਸ਼ ਦੇ, ਉਹ ਰੌਲਾ ਪਾ ਰਹੇ ਹੈ ਕਿ ਹੋਲਿਕਾ ਹੈ, ਹੋਲੀ ਹੈ, ਭਾਵ ਹੋਲੀ ਤਾਂ ਹੈ, ਪ੍ਰਹਲਾਦ ਨਹੀਂ ਹੈ, ਇਹਨੇ ਮਰ ਜਾਣਾ, ਸੜ ਜਾਣਾ ਅੱਗ ਦੇ ਵਿੱਚ। ਪਰ ਵੇਖਦਿਆਂ ਵੇਖਦਿਆਂ ਕੀ ਭਾਣਾ ਵਰਤਿਆ, ਹੋਲਿਕਾ ਦੀਆਂ ਸੜ ਕੇ ਹੋਲਾਂ ਬਣ ਗਈਆਂ, ਭੁੱਜ ਗਈ, ਸੜ ਗਈ, ਸੁਆਹ ਬਣ ਗਈ। ਤੇ ਪ੍ਰਹਲਾਦ ਇੱਕਦਮ ਠੰਡਾ, ਉਹ ਚਿਖਾ ਠੰਡੀ ਹੋਈ ਤੇ ਉਹਦੇ ਵਿੱਚੋਂ ਹੱਸਦਾ ਹੋਇਆ ਬਾਹਰ ਆ ਗਿਆ। ਦੁਨੀਆ ਦੇ ਲੋਕਾਂ ਨੇ ਵੇਖਿਆ, ਅਜੀਬ ਕੌਤਕ ਹੈ। ਉਹਨਾਂ ਨੇ ਠੰਡੀ ਹੋਣ ਤੋਂ ਬਾਅਦ ਉਹ ਸਾਰੀ ਸੁਆਹ ਨੂੰ ਉਡਾਇਆ, ਛਾਣਿਆ, ਦੇਖਿਆ ਕਿਤੇ ਵਿੱਚ ਹੋਲਿਕਾ ਹੋਵੇ, ਪਰ ਕਿੱਥੋਂ ਲੱਭਣੀ ਸੀ। ਸੋ ਇਸ ਪ੍ਰਕਾਰ ਬਦੀ ਦੇ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਇਹ ਤਿਉਹਾਰ ਨੂੰ ਮੰਨਿਆ ਜਾਂਦਾ ਹੈ। ਨਾਲ ਨਾਲ ਇਹਨੂੰ ਮੌਸਮੀ ਤਿਉਹਾਰ ਵੀ ਮੰਨਿਆ ਜਾਂਦਾ ਹੈ। ਤੇ ਖੁਸ਼ੀਆਂ ਦਾ ਪਰਵ ਇਸ ਕਰਕੇ ਸਾਂਝੇ ਰੂਪ ਦੇ ਵਿੱਚ ਦੁਨੀਆ ਦੇ ਲੋਕ ਮਨਾਉਂਦੇ ਆ, ਪਰ ਮਨਾਉਣ ਦਾ ਤਰੀਕਾ ਸਾਰਿਆਂ ਦਾ ਵੱਖੋ ਵੱਖਰਾ ਹੈ। ਪਹਿਲਿਆਂ ਦੇ ਵਿੱਚ ਕਹਿੰਦੇ ਨੇ ਕਿ ਇਹ ਤਿਉਹਾਰ ਦੇ ਵਿੱਚ ਇਹ ਐਸੇ ਤਰ੍ਹਾਂ ਇਸੇ ਯਾਦ ਦੇ ਵਿੱਚ ਇੱਕ ਲੱਕੜਾਂ ਦਾ ਢੇਰ ਬਾਲਿਆ ਜਾਂਦਾ ਸੀ, ਤੇ ਉਹਦੀ ਜਿਹੜੀ ਸੁਆਹ, ਜਿਹੜੀ ਰਾਖ ਸੀ ਨਾ, ਉਹਦਾ ਟਿੱਕਾ ਲੋਕ ਇੱਕ ਦੂਜੇ ਨੂੰ ਲਾਇਆ ਕਰਦੇ ਸਨ ਕਿ ਇਸ ਦਿਨ ਨੇਕੀ ਦੀ ਜਿੱਤ ਹੋਈ ਸੀ। ਪਰ ਉਸ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਬਦਲਦਾ ਗਿਆ ਸਮਾਂ, ਤੇ ਰੰਗਾਂ ਨੇ ਜਗ੍ਹਾ ਲੈ ਲਈ। ਤੇ ਰੰਗਾਂ ਤੋਂ ਬਾਅਦ ਫਿਰ ਇਹਦੇ ਕਈ ਤਰ੍ਹਾਂ ਦੇ ਰਾਗ ਰੰਗ ਬਦਲੇ, ਲੋਕ ਨਾਚ ਗਾਣਾ ਕਰਨ ਲੱਗ ਪਏ। ਕਈ ਲੋਕ ਪੂਰਬ ਦੇ ਵਿੱਚ ਬਹੁਤਾ ਤਿਉਹਾਰ ਮਨਾਇਆ ਜਾਂਦਾ ਇਹ, ਤੇ ਉਹ ਭੰਗ ਆਦਿਕ ਵੀ ਪੀਂਦੇ ਆ, ਨਸ਼ੇ ਵੀ ਕਰਦੇ ਆ, ਹੁੱਲੜਬਾਜ਼ੀ ਵੀ ਕਰਦੇ ਆ। ਤਿਉਹਾਰ ਦਾ ਰੂਪ ਬਦਲ ਗਿਆ। ਲੋਕ ਇੱਕ ਦੂਜੇ ਦੇ ਉੱਤੇ ਰੰਗਾਂ ਦੀ ਜਗ੍ਹਾ ਚਿੱਕੜ ਸੁੱਟਣ ਲੱਗ ਪਏ, ਮਿੱਟੀ ਘੱਟੇ ਦੇ ਨਾਲ ਇੱਕ ਦੂਜੇ ਦਾ ਮੂੰਹ ਭਰ ਦੇਣਾ। ਤੇ ਇਹ ਤਿਉਹਾਰ ਜਿਹੜਾ ਸੀ ਨਾ ਗੁਰਮੁਖ ਪਿਆਰੋ, ਇੱਕ ਤਰ੍ਹਾਂ ਦਾ ਪਵਿੱਤਰਤਾ ਤੋਂ ਬਾਅਦ ਇਹ ਕੁਚੀਲਤਾ ਦਾ ਲਖਾਇਕ ਜਿਹਾ ਬਣ ਗਿਆ। ਉਸ ਤੋਂ ਬਾਅਦ ਪ੍ਰਹਲਾਦ ਨੂੰ
ਵਾਹਿਗੁਰੂ ਪਰਮੇਸ਼ਰ ਨੇ ਕਿਵੇਂ ਰੱਖਿਆ। ਤੁਸੀਂ ਸਾਖੀ ਸਾਰੇ ਜਾਣਦੇ ਹੋ ਕਿ ਇੱਕ ਤਪਦਾ ਹੋਇਆ ਥੰਮ ਜਿਹਦੇ ਨਾਲ ਪ੍ਰਹਲਾਦ ਨੂੰ ਜੱਫੀ ਪਾਉਣ ਦੇ ਲਈ ਆਖਿਆ ਗਿਆ ਤੇ ਆਖਿਆ ਬੁਲਾ ਕਿਹੜਾ ਤੇਰਾ ਪਰਮੇਸ਼ਰ ਹੈ, ਕਿਹੜਾ ਤੇਰਾ ਰੱਬ ਹੈ। ਹਰਨਾਕਸ਼ ਨੇ ਜਦੋਂ ਇਹ ਵੰਗਾਰਿਆ ਪਰਮੇਸ਼ਰ ਨੂੰ ਤੇ ਉਹ ਥੰਮ ਨੂੰ ਪਾੜ ਕੇ ਕਹਿੰਦੇ ਉਹਦੇ ਵਿੱਚੋਂ ਨਰਸਿੰਘ ਰੂਪ ਹੋ ਕੇ ਭਗਵਾਨ ਜੀ ਪ੍ਰਗਟ ਹੋਏ। ਅੱਧਾ ਸਰੀਰ ਮਨੁੱਖ ਦਾ, ਅੱਧਾ ਜਾਨਵਰ ਦਾ, ਸ਼ੇਰ ਦਾ। ਤੇ ਗੁਰਮੁਖ ਪਿਆਰਿਓ, ਫਿਰ ਉਹ ਸਾਰੀਆਂ ਸ਼ਰਤਾਂ ਜਿਹੜੀਆਂ ਸੀ ਨਾ ਵਰ ਦੇ ਵਿੱਚ ਮਿਲੀਆਂ ਹੋਈਆਂ, ਉਹ ਪੂਰੀਆਂ ਕਰਕੇ ਹਰਨਾਕਸ਼ ਦਾ ਅੰਤ ਕੀਤਾ। ਪਰਮੇਸ਼ਰ ਨੇ ਦੇਹਲੀ ਦੇ ਵਿੱਚ ਰੱਖ ਲਿਆ, ਦਰਵਾਜ਼ੇ ਦੇ ਵਿਚਾਲੇ ਰੱਖ ਲਿਆ। ਕਹਿੰਦੇ ਲੈ ਪਹਿਲੀ ਸ਼ਰਤ ਤੇਰੀ ਪੂਰੀ ਹੋਈ, ਨਾ ਤੂੰ ਅੰਦਰ ਮਰ ਰਿਹਾ ਨਾ ਬਾਹਰ ਮਰ ਰਿਹਾ, ਵਿਚਕਾਰ ਹੈ। ਕਹਿੰਦੇ ਦੂਜੀ ਸ਼ਰਤ, ਤੂੰ ਕਿਹਾ ਸੀ ਨਾ ਦਿਨੇ ਮਰਾਂ ਨਾ ਰਾਤ ਮਰਾਂ, ਹੁਣ ਕਹਿੰਦੇ ਦਿਨ ਵੀ ਨਹੀਂ ਹੈ ਤੇ ਰਾਤ ਵੀ ਨਹੀਂ ਹੈ, ਸੰਧਿਆ ਦਾ ਸਮਾਂ, ਵਿਚਕਾਰਲਾ ਸਮਾਂ ਹੈ। ਇਹ ਵੀ ਸ਼ਰਤ ਤੇਰੀ ਪੂਰੀ ਹੋਈ। ਤੀਜੀ ਸ਼ਰਤ ਜਿਹੜੀ ਕਿਹਾ ਸੀ ਮੈਨੂੰ ਨਾ ਕੋਈ ਮਨੁੱਖ ਮਾਰੇ ਨਾ ਜਾਨਵਰ ਮਾਰੇ, ਤੇ ਕਹਿੰਦੇ ਨਾ ਮਨੁੱਖ ਹੈ ਤੇ ਨਾ ਕੋਈ ਜਾਨਵਰ ਹੈ, ਨਰਸਿੰਘ ਤੇਰੇ ਸਾਹਮਣੇ ਹੈ। ਤੇ ਗੁਰਮੁਖ ਪਿਆਰਿਓ, ਵੇਂਦਿਆਂ ਵੇਂਦਿਆਂ ਫਿਰ ਉਹ ਹਰਨਾਕਸ਼ ਨੂੰ ਨਾ ਬਿਨਾਂ ਕਿਸੇ ਹਥਿਆਰ ਦੀ ਵਰਤੋਂ ਤੋਂ ਆਪਣੇ ਤੇਜ਼ ਨਹੁੰਆਂ ਦੇ ਨਾਲ ਉਹਦਾ ਪੇਟ ਚਾਕ ਕਰਕੇ ਤੇ ਪਾਰ ਬੁਲਾ ਦਿੱਤਾ ਨਰਸਿੰਘ ਨੇ। ਇਸ ਪ੍ਰਕਾਰ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ। ਪ੍ਰਹਲਾਦ ਦਾ ਪਾਰ ਉਤਾਰਾ ਕੀਤਾ। ਔਰ ਪ੍ਰਹਲਾਦ ਦੀਆਂ ਉਦਾਹਰਨਾਂ ਸਤਿਗੁਰ ਨੇ ਬਾਣੀ ਵਿੱਚ ਸਾਨੂੰ ਦਿੱਤੀਆਂ ਕਿ ਇਹ ਦੁਨੀਆ ਦੇ ਲੋਕੋ ਗੁਰਸਿੱਖ ਪਿਆਰਿਓ, ਜੇ ਨਾਮ ਜਪਣਾ ਤਾਂ ਕਿਸ ਤਰੀਕੇ ਜਪੋ। ਕਹਿੰਦੇ ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਜਿਵੇਂ ਅੰਤਾਂ ਦਾ ਭਰੋਸਾ ਕਰਕੇ ਪ੍ਰਹਲਾਦ ਨੇ ਜਪਿਆ, ਇਸੇ ਪ੍ਰਕਾਰ ਗੁਰੂ ਕੇ ਸਿੱਖ ਨੂੰ ਗੁਰੂ ਦੇ ਉੱਤੇ ਭਾਵਨਾ ਹੋਣੀ ਚਾਹੀਦੀ ਹੈ, ਅੰਤਾਂ ਦਾ ਭਰੋਸਾ ਹੋਣਾ ਚਾਹੀਦਾ ਹੈ। ਸੋ ਇਹ ਪੁਰਾਣਿਕ ਕਥਾ ਦੇ ਮੁਤਾਬਕ ਗੁਰਮੁਖ ਪਿਆਰਿਓ ਸੀ ਦੀਵਾਲੀ ਦਾ ਇਤਿਹਾਸ। ਪਰ ਸਤਿਗੁਰਾਂ ਨੇ ਕਿਉਂਕਿ ਇਹ ਵੱਖਰੀ ਕੌਮ ਸਾਜੀ ਹੈ, ਨਿਆਰਾਪਣ ਸਾਨੂੰ ਬਖਸ਼ਿਆ। ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਗੁਰੂ ਕਾ ਸਿੱਖ ਗੁਰੂ ਕੀ ਬਾਣੀ ਦੇ ਨਾਲ ਜੁੜੇ, ਗੁਰੂ ਕੀ ਬਾਣੀ ਦਾ ਨਾਮ ਇਹਨੂੰ ਨਾਮ ਦਾ ਰੰਗ ਲੱਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਨਾਮ ਦਾ ਰੰਗ ਲੱਗਿਆ ਨਾ ਇਹ ਦੁਨੀਆ ਵਿੱਚ, ਉਹ ਸੂਰਮਾ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ। ਤੇ ਉਹ ਸੂਰਮਾ ਕਰਦਾ ਕੀ ਹੈ? ਦੁਨੀਆ ਦੇ ਵਿੱਚ ਸੂਰਮੇ ਬਹਾਦਰ ਯੋਧੇ ਜੰਗਾਂ ਲੜਦੇ ਆ ਤੇ ਦੁਸ਼ਮਣ ਨੂੰ ਜਿੱਤ ਕੇ ਆਉਂਦੇ ਆ ਦਲਾਂ ਨੂੰ। ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਆਤਮ ਜਿਣੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਪੂਰੇ ਸਤਿਗੁਰੂ ਦਾ ਜਿਹੜਾ ਸਿੱਖ ਹੈ ਉਹ ਫਿਰ ਆਪਣੇ ਆਤਮ ਨੂੰ, ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਆਪਣੇ ਮਨ ਨੂੰ ਕੰਟਰੋਲ ਦੇ ਵਿੱਚ ਕਰ ਲੈਂਦਾ ਹੈ। ਤੇ ਇਹ ਪੂਰੇ ਸਤਿਗੁਰੂ ਪਾਸੋਂ ਇਹ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ ਨੇ। ਤੇ ਪੂਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਹੋਲੀ ਤੋਂ ਹੋਲਾ ਬਖਸ਼ਿਸ਼ ਕੀਤਾ। ਜਿਵੇਂ ਖਾਲਸੇ ਦੇ ਬੋਲ ਬਾਲੇ ਆ ਨਾ, ਜੇ ਕੋਈ ਗੁਰਮੁਖ ਪਿਆਰਿਓ ਲੰਗੜਾ ਹੋਵੇ ਤੇ ਉਹਨੂੰ ਲੰਗੜਾ ਕਹਿ ਕੇ ਉਹਨੂੰ ਹੀਣ ਭਾਵਨਾ ਨਹੀਂ ਜਤਾਈ ਜਾਂਦੀ, ਉਹਨੂੰ ਕਿਹਾ ਜਾਂਦਾ ਸੁਚਾਲਾ ਸਿੰਘ। ਇਸੇ ਪ੍ਰਕਾਰ ਜੇ ਕਿਸੇ ਨੂੰ ਬੁਖਾਰ ਹੋ ਜਾਵੇ ਤੇ ਕਹਿੰਦੇ ਇਹਨੂੰ ਆਕੜ ਭੰਨ ਹੋ ਗਿਆ। ਤੇ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਜੇ ਕੋਈ ਅੱਖੋਂ ਕਾਣਾ ਹੈ ਤੇ ਉਹਨੂੰ ਕਾਣਾ ਕਹਿ ਕੇ ਉਹਦੀ ਤੌਹੀਨ ਨਹੀਂ ਕੀਤੀ ਜਾਂਦੀ। ਗੁਰਮਤਿ ਦੀ ਭਾਸ਼ਾ ਦੇ ਵਿੱਚ, ਖਾਲਸੇ ਦੇ ਬੋਲਿਆਂ ਵਿੱਚ ਉਹਨੂੰ ਕਿਹਾ ਜਾਂਦਾ ਲੱਖ ਨੇਤਰਾ। ਇਸੇ ਤਰ੍ਹਾਂ ਦੁਨੀਆ ਦੇ ਲੋਕ ਇਹਨੂੰ ਹੋਲੀ ਕਰਕੇ ਮਨਾਉਂਦੇ ਸੀ, ਪਰ ਸਤਿਗੁਰ ਕਹਿੰਦੇ ਮੇਰੇ ਖਾਲਸੇ ਦਾ ਹੋਲਾ ਹੋਵੇਗਾ। ਔਰਨ ਕੀ ਹੋਲੀ ਮਮ ਹੋਲਾ, ਕਹਿਓ ਕਿਰਪਾ ਨਿਧ ਬਚਨ ਅਮੋਲਾ। ਸਤਿਗੁਰਾਂ ਨੇ ਇਹ ਅਮੋਲਕ ਬਚਨ ਕਰ ਦਿੱਤਾ ਕਿ ਲੋਕਾਂ ਦੀ ਹੋਲੀ ਹੋਵੇਗੀ, ਪਰ ਮੇਰਾ ਖਾਲਸਾ ਇਹ ਹੋਲਾ ਮਨਾਵੇਗਾ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਵਾਸੀ। ਉਹ ਅਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜੇ ਦੀਪ ਚੰਦ ਦੀ ਰਾਣੀ ਚੰਪਾ ਦੇ ਪਾਸੋਂ ਪਹਾੜੀਆਂ ਦੇ ਵਿੱਚ ਮਾਖੋਵਾਲ ਦੇ ਇਲਾਕੇ ਦੇ ਵਿੱਚ ਜਗ੍ਹਾ ਮੁੱਲ ਲੈ ਕੇ ਤੇ ਨਗਰ ਵਸਾਇਆ। ਆਪਣੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਨਾਂ ਦੇ ਉੱਤੇ ਚੱਕ ਨਾਨਕੀ, ਤੇ ਜਿਹਦਾ ਬਾਅਦ ਵਿੱਚ ਹੌਲੀ ਹੌਲੀ ਨਾਮ ਆਨੰਦਪੁਰ ਸਾਹਿਬ ਪ੍ਰਚਲਿਤ ਹੋ ਗਿਆ। ਇਹ ਆਨੰਦਪੁਰ ਸਾਹਿਬ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵਿਰਾਜਦੇ ਨੇ, ਗੁਰਤਾ ਗੱਦੀ ਦੇ ਉੱਤੇ ਸ਼ੋਭਾਏਮਾਨ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ
5 ਕਿਲਿਆਂ ਦਾ ਨਿਰਮਾਣ ਕਰਵਾਇਆ। ਕਿਉਂਕਿ ਜਦੋਂ ਵਕੀਲ, ਅਪੀਲ, ਦਲੀਲ ਇਹ ਸਭ ਖਤਮ ਹੋ ਜਾਣ ਤੇ ਸਤਿਗੁਰੂ ਨੇ ਆਖਿਆ ਉਸ ਵੇਲੇ ਮਨੁੱਖ ਦਾ ਫਰਜ਼ ਬਣਦਾ, ਸਿੱਖ ਦਾ ਫਰਜ਼ ਬਣਦਾ ਕਿ ਉਹ ਆਪਣਾ ਹੱਥ ਤਲਵਾਰ ਦੇ ਮੁੱਠੇ ਨੂੰ ਪਾਵੇ। ਤਲਵਾਰ ਦੇ ਮੁੱਠੇ ਦੇ ਉੱਤੇ ਹੱਥ ਜਾਣਾ ਬਿਲਕੁਲ ਜਾਇਜ਼ ਹੈ। ਤੇ ਸਤਿਗੁਰਾਂ ਨੇ ਜੰਗੀ ਅਭਿਆਸ ਕਰਵਾਉਣ ਦੇ ਲਈ ਮੀਰੀ ਅਤੇ ਪੀਰੀ ਦੇ ਸੰਕਲਪ ਨੂੰ ਅਗਾਂਹ ਤੋਰਨ ਦੇ ਲਈ, ਭਾਵੇਂ ਕਿ ਇਹ ਸੰਕਲਪ ਜਿਹੜਾ ਗੁਰਮੁਖ ਪਿਆਰਿਓ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਮੇਂ ਨਹੀਂ ਪ੍ਰਚਲਿਤ ਹੋਇਆ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਲੇ ਤੋਂ ਹੀ ਗੁਰਮਤਿ ਦੇ ਵਿੱਚ, ਗੁਰੂ ਘਰ ਦੇ ਵਿੱਚ ਭਗਤੀ ਅਤੇ ਸ਼ਕਤੀ ਇਹ ਇਕੱਤਰ ਹੋਈਆਂ, ਇਕੱਠੀਆਂ ਹੀ ਚੱਲਦੀਆਂ ਆ ਰਹੀਆਂ। ਆਪਾਂ ਨੂੰ ਕਈ ਵਾਰ ਲੱਗਦਾ, ਕਈ ਅਣਜਾਣਪੁਣੇ ਵਿੱਚ ਕਹਿਣਗੇ ਜੀ ਅਸੀਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਹਾਂ, ਅਤੇ ਜੇ ਅਸੀਂ ਕੇਸ ਰੱਖਦੇ ਹਾਂ, ਸ਼ਸਤਰ ਪਹਿਨਦੇ ਹਾਂ, ਤਾਂ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਬਣ ਜਾਂਦੇ ਹਾਂ। ਨਹੀਂ ਭਾਈ, 10 ਪਾਤਸ਼ਾਹੀਆਂ ਨੂੰ ਇੱਕੋ ਸਰੂਪ ਕਰਕੇ ਜਾਣਨਾ। ਜੋਤ 오ਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਉਹੀ ਗੁਰਜੋਤ ਗੁਰੂ ਨਾਨਕ ਵਿੱਚ ਹੈ, ਉਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੋਲੀ ਤੋਂ ਹੋਲਾ ਸਾਨੂੰ ਬਖਸ਼ਿਸ਼ ਕੀਤਾ ਹੈ। ਤੇ ਇਹ ਹੋਲੀ ਦਾ ਤਿਉਹਾਰ ਦੁਨੀਆ ਦੇ ਲੋਕ ਮਨਾਉਂਦੇ ਸਨ। ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਹੋਲਾ ਮਨਾਉਣ ਦੀ ਰੀਤੀ ਆਰੰਭ ਕੀਤੀ। ਆਓ ਜਿੰਨੀ ਦੇਰ ਤੱਕ ਇਹ ਲਾਈਟ ਵਗੈਰਾ ਦਾ ਪ੍ਰਬੰਧ ਨਹੀਂ ਹੁੰਦਾ, ਆਪਾਂ ਸਾਰੀਆਂ ਸੰਗਤਾਂ ਪਿਆਰ ਦੇ ਨਾਲ ਸਤਿਨਾਮ ਵਾਹਿਗੁਰੂ ਦੇ ਜਾਪ ਵਿੱਚ ਸ਼ਾਮਲ ਹੋਈਏ ਜੀ। ਗੱਲਾਂ ਨਹੀਂ ਕਰਨੀਆਂ, ਪਿਆਰ ਦੇ ਨਾਲ ਉਚਾਰੋ ਜੀ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਪਿਆਰ ਦੇ ਨਾਲ ਆਖੋ ਜੀ, ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਗੁਰ ਸੱਚੇ ਪਾਤਸ਼ਾਹ ਨੇ ਹੋਲੀ ਤੋਂ ਹੋਲਾ ਬਖਸ਼ਿਸ਼ ਕੀਤਾ, ਬੋਲੀ ਤੋਂ ਬੋਲਾ ਬਖਸ਼ਿਸ਼ ਕੀਤਾ। ਇਸੇ ਪ੍ਰਕਾਰ ਖੰਡੇ ਬਾਟੇ ਦਾ ਅੰਮ੍ਰਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਨੂੰ ਤਿਆਰ ਕੀਤਾ, 1756 ਬਿਕਰਮੀ ਨੂੰ, ਅਤੇ ਉਸ ਤੋਂ ਅਗਲੇ ਸਾਲ 1757 ਦੀ ਚੇਤ ਵਦੀ ਏਕਮ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਹੋਲੇ ਦਾ ਤਿਉਹਾਰ ਮਨਾਉਣਾ ਆਰੰਭਿਆ। ਅਤੇ ਇਤਿਹਾਸ ਵਿੱਚ ਜ਼ਿਕਰ ਹੈ ਕਿ 7 ਦਿਨ ਇਹ ਹੋਲੇ ਮਹੱਲੇ ਦਾ ਪਰਵ ਚੱਲਦਾ ਸੀ। ਹੋਲੇ ਤੋਂ ਪਹਿਲਾਂ 7 ਦਿਨ ਇਹ ਆਰੰਭ ਹੋ ਜਾਂਦਾ ਸੀ ਤਿਉਹਾਰ। ਅਤੇ ਗੁਰੂ ਕੇ ਸਿੱਖ, ਗੁਰੂ ਕੇ ਸਿੰਘ ਬੜੇ ਚਾਅ ਦੇ ਨਾਲ ਜੰਗੀ ਸ਼ਸਤਰਾਂ ਦਾ ਅਭਿਆਸ ਕਰਦੇ ਹੋਲਾ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੇ 5 ਕਿਲੇ ਬਣਵਾਏ, ਆਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਤਾਰਾਗੜ੍ਹ ਅਤੇ ਫਤਿਹਗੜ੍ਹ। ਅਤੇ ਗੁਰਮੁਖ ਪਿਆਰਿਓ, ਲੋਹਗੜ੍ਹ ਦਾ ਜਿਹੜਾ ਕਿਲਾ ਸੀ ਨਾ, ਆਨੰਦਗੜ੍ਹ ਦਾ ਕਿਲਾ ਸਾਰਿਆਂ ਤੋਂ ਪਹਿਲਾਂ ਤਿਆਰ ਕਰਵਾਇਆ, ਔਰ ਲੋਹਗੜ੍ਹ ਦਾ ਕਿਲਾ ਜਿਹਦੇ ਵਿੱਚ ਲੋਹੇ ਦੇ ਫੌਲਾਦੀ ਸ਼ਸਤਰ ਤਿਆਰ ਕੀਤੇ ਜਾਂਦੇ ਸਨ। ਇਸੇ ਤਰ੍ਹਾਂ ਹੋਲਗੜ੍ਹ ਜਿੱਥੇ ਸਤਿਗੁਰਾਂ ਨੇ ਹੋਲਾ ਆਰੰਭ ਕਰਵਾਇਆ, ਤਾਰਾਗੜ੍ਹ ਜਿਹੜਾ ਬਾਹਰ ਅਨੰਦਪੁਰ ਸਾਹਿਬ ਤੋਂ, ਇਉਂ ਕਹਿ ਲਓ ਜਿਵੇਂ ਕਿਸੇ ਫੌਜੀ ਛਾਉਣੀ ਦੀਆਂ ਬਾਹਰਲੇ ਪਾਸੇ ਡਿਊਟੀਆਂ ਬਣੀਆਂ ਹੁੰਦੀਆਂ, ਉੱਥੇ ਪਹਿਰੇਦਾਰ ਗੁਰੂ ਕੇ ਸਿੱਖ ਖਾਲਸੇ ਹਰ ਵੇਲੇ ਤਿਆਰ ਰਹਿੰਦੇ। ਕੋਈ ਦੁਸ਼ਮਣ ਫੌਜ ਚੜ੍ਹਾਈ ਕਰਕੇ ਆਉਂਦੀ ਅਤੇ ਨਾਲ ਦੀ ਨਾਲ ਪਿਛਾਂ ਸੂਚਨਾ ਦੇ ਦਿੱਤੀ ਜਾਂਦੀ, ਪਿਛਲੀਆਂ ਫੌਜਾਂ ਤਿਆਰ ਹੋ ਜਾਂਦੀਆਂ। ਅਤੇ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਦਾ ਕਿਲਾ ਸਤਿਗੁਰ ਸੱਚੇ ਪਾਤਸ਼ਾਹ ਨੇ ਇਹਨਾਂ 5 ਕਿਲਿਆਂ ਦੀ ਉਸਾਰੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਰਵਾਈ। ਇਹਨਾਂ ਵਿੱਚੋਂ ਜਿਹੜਾ ਹੋਲਗੜ੍ਹ ਦਾ ਕਿਲਾ ਨਾ, ਗੁਰਮੁਖ ਪਿਆਰਿਓ, ਇਹ ਕਿਲੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਇਕੱਤਰ ਕਰਨਾ ਅਤੇ ਇਕੱਤਰ ਕਰਕੇ 2 ਟੁਕੜੀਆਂ ਕਰ ਦੇਣੀਆਂ। ਦੋਵਾਂ ਦੇ ਵਿੱਚੋਂ ਗੁਰੂ ਪਿਆਰਿਓ ਇੱਕ ਜਥੇ ਨੂੰ ਹੋਲਗੜ੍ਹ ਦੇ ਕਿਲੇ ਦੇ ਅੰਦਰ ਭੇਜ ਦੇਣਾ ਕਿ ਤੁਸੀਂ ਇਹ ਕਿਲੇ ਦੇ ਵਿੱਚ ਇਹ ਕਿਲੇ ਦੀ ਰੱਖਿਆ ਕਰਨੀ ਹੈ, ਦੁਸ਼ਮਣ ਫੌਜ ਤੋਂ ਇਹਨੂੰ ਬਚਾਉਣ ਦਾ ਯਤਨ ਕਰਨਾ। ਅਤੇ ਬਾਹਰਲੀ ਫੌਜ ਜਿਹੜੀ ਹੁੰਦੀ ਸੀ, ਬਾਹਰਲੇ ਸਿੰਘਾਂ ਦਾ ਜਥਾ,
ਉਹਨਾਂ ਨੂੰ ਕਹਿਣਾ ਕਿ ਤੁਸੀਂ ਇਹ ਕਿਲੇ ਵਾਲੇ ਸਿੰਘਾਂ ਦੇ ਉੱਤੇ ਹਮਲਾ ਕਰੋ। ਤੇ ਇਸ ਪ੍ਰਕਾਰ ਹਮਲਾ ਕਰਕੇ ਤੇ ਗੁਰਮੁਖ ਪਿਆਰਿਓ ਗੱਤਕੇ ਦੀ ਖੇਡ ਸ਼ਸਤਰ ਵਿੱਦਿਆ ਦਾ ਅਭਿਆਸ ਕੀਤਾ ਜਾਂਦਾ ਤੇ ਕਦੇ ਬਾਹਰ ਵਾਲੇ ਸਿੰਘ ਕਿਲੇ ਉੱਤੇ ਕਾਬਜ ਹੋ ਜਾਂਦੇ, ਕਦੇ ਅੰਦਰ ਵਾਲਿਆਂ ਦੀ ਜਿੱਤ ਹੋ ਜਾਂਦੀ। ਤੇ ਸਤਿਗੁਰੂ ਜੀ ਉਹਨਾਂ ਸਾਰੇ ਜੇਤੂਆਂ ਨੂੰ ਫਿਰ ਬਹੁਤ ਇਨਾਮ ਦਿੰਦੇ, ਭਾਰੀ ਬਖਸ਼ਿਸ਼ਾਂ ਉਹਨਾਂ ਦੇ ਉੱਤੇ ਕਰਦੇ। ਇਸ ਪ੍ਰਕਾਰ ਹੋਲੇ ਮਹੱਲੇ ਦਾ ਪ੍ਰਚਲਨ ਹੋਇਆ। ਹੋਲਾ ਇਹ ਹੈ, ਹੋਲਾ ਤੇ ਮਹੱਲਾ ਗੁਰਮੁਖ ਪਿਆਰਿਓ ਲਾਸਟ ਦਿਨ ਦੇ ਉੱਤੇ ਕੱਢਿਆ ਜਾਂਦਾ। ਨਗਰ ਕੀਰਤਨ ਦੇ ਰੂਪ ਦੇ ਵਿੱਚ ਗੁਰੂ ਕੇ ਸ਼ਸਤਰ ਧਾਰੀ ਤਿਆਰ ਬਰ ਤਿਆਰ ਸਿੰਘ, ਕਿਉਂਕਿ ਸਤਿਗੁਰਾਂ ਨੇ ਜਿੱਥੇ ਸਾਨੂੰ ਬਾਣੀ ਗੁਰੂ ਹੈ ਬਾਣੀ ਦੀ ਬਖਸ਼ਿਸ਼ ਕੀਤੀ ਹੈ, ਉੱਥੇ ਗੁਰਮੁਖ ਪਿਆਰਿਓ ਸ਼ਸਤਰਾਂ ਨੂੰ ਹਥਿਆਰਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਪੀਰ ਆਖਿਆ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸਹਿਤੀ ਯਹ ਹਮਾਰੇ ਪੀਰ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪੀਰ ਨੇ ਇਹ ਸ਼ਸਤਰ ਜਿਨ੍ਹਾਂ ਦੇ ਮੈਂ ਨਾਮ ਲਏ ਆ, ਅਸ ਤਲਵਾਰ, ਕਿਰਪਾਨ, ਖੰਡਾ, ਇਸੇ ਪ੍ਰਕਾਰ ਖੜਗ, ਤੁਪਕਾ, ਬੰਦੂਕਾਂ, ਤੀਰ ਤੇ ਛਵੀਆਂ ਵਗੈਰਾ ਸਭ ਕੁਝ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੋ ਵੀ ਹਥਿਆਰ ਹੈ ਇਹ ਸਾਡੇ ਪੀਰ ਹੈ। ਕਿਉਂਕਿ ਗੁਰਮੁਖ ਪਿਆਰਿਓ ਅੜਿਆ ਹੋਇਆ ਕੰਮ ਪੀਰ ਹੀ ਕੱਢਦੇ ਆ ਨਾ ਦੁਨੀਆ ਵਿੱਚ। ਤੇ ਜਿੱਥੇ ਹੋਰ ਕੋਈ ਪੀਰ ਆ ਹਰੀਆਂ ਚਾਦਰਾਂ ਵਾਲਾ ਕੰਮ ਨਹੀਂ ਕਰਦਾ ਨਾ, ਉੱਥੇ ਗੁਰਮੁਖ ਪਿਆਰਿਓ ਫਿਰ ਆ ਭਗਉਤੀ ਕੰਮ ਕਰਦੀ ਹੈ, ਉੱਥੇ ਖੰਡਾ ਖੜਕਾਇਆ ਜਾਂਦਾ ਹੈ। ਮੂਰਖ ਲੋਕ ਜਦੋਂ ਨਾ ਸਮਝਣ ਕਿਸੇ ਗੱਲ ਨੂੰ, ਤੇ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਵੀ ਆਖਿਆ ਨਾ, ਇਹ ਸਿਧਾਂਤ ਦਿੱਤਾ ਹੈ ਇੱਕ ਜਗ੍ਹਾ ਤੋਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਹਿਲੀ ਗੱਲ ਤਾਂ ਮੂਰਖਾਂ ਦੇ ਮੂੰਹ ਨਾ ਲੱਗੋ। ਸਤਿਗੁਰੂ ਕਹਿੰਦੇ ਮੂਰਖ ਹੈ ਨਾਲ ਨਾ ਲੁੱਝੀ ਹੈ। ਪਰ ਕਹਿੰਦੇ ਤੁਹਾਡੇ ਚੁੱਪ ਰਹਿਣ ਦੇ ਬਾਵਜੂਦ ਵੀ ਕੋਈ ਤੁਹਾਡੇ ਤੇ ਚੜ੍ਹਾਈ ਕਰਕੇ ਆਈ ਜਾਵੇ, ਤੁਹਾਨੂੰ ਕੋਈ ਤੰਗ ਕਰੇ, ਐਵੇਂ ਕਿਸੇ ਗਰੀਬ ਮਜ਼ਲੂਮ ਦੇ ਉੱਤੇ ਕੋਈ ਜ਼ੁਲਮ ਕਰਦਾ ਹੋਵੇ, ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੂਰਖ ਗੰਢ ਪਵੈ ਮੋਹ ਮਾਰ। ਫਿਰ ਕਹਿੰਦੇ ਮੂੰਹ ਦੇ ਉੱਤੇ ਵੱਟ ਕੇ ਮਾਰੋ, ਫਿਰ ਕਹਿੰਦੇ ਮੂਰਖ ਦੀ ਅਕਲ ਟਿਕਾਣੇ ਆਉਂਦੀ ਹੈ। ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਮੁਖ ਪਿਆਰਿਓ ਐਵੇਂ ਕੋਈ ਆ ਚਰਖੇ ਕੱਤਣ ਵਾਲੇ ਸਿੱਖ ਨਹੀਂ ਬਣਾਇਆ। ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਸ਼ਸਤਰ ਧਾਰੀ ਤਿਆਰ ਬਰ ਤਿਆਰ ਸਿੰਘ ਬਣਾਇਆ। ਤੇ ਸਿੰਘ ਨਾਮ ਸ਼ੇਰ ਦਾ ਹੁੰਦਾ ਹੈ। ਤੇ ਗੁਰਮੁਖ ਪਿਆਰਿਓ ਸ਼ੇਰ ਕਦੇ ਦੇਖਿਆ ਵੀ ਉਹ ਅਹਿੰਸਾਵਾਦੀ ਹੋਵੇ, ਉਹ ਵੈਸ਼ਨੋ ਹੋਵੇ? ਸ਼ੇਰ ਦਾ ਕੰਮ ਤਾਂ ਝਪਟ ਮਾਰਨੀ ਹੁੰਦਾ ਹੈ। ਤੇ ਇਸੇ ਪ੍ਰਕਾਰ ਗੁਰੂ ਕਾ ਖਾਲਸਾ ਜਦੋਂ ਕਿਤੇ ਜ਼ੁਲਮ ਹੁੰਦਾ ਵੇਂਦਾ ਹੈ ਤੇ ਗੁਰਮੁਖ ਪਿਆਰਿਓ ਫਿਰ ਮਾਰਦਾ ਝਪਟ ਜਾ ਕੇ, ਤੇ ਅਕਲ ਟਿਕਾਣੇ ਲਿਆ ਕੇ ਰੱਖ ਦਿੰਦਾ ਗੁਰੂ ਕਾ ਸਿੱਖ। ਦੁਨੀਆ ਦੇ ਲੋਕ ਦੇਖ ਕੇ ਹੈਰਾਨ ਹੁੰਦੇ ਸਨ ਕਿ ਜਿਨ੍ਹਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਦਰਬਾਰ ਸ਼੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਜਿਹੜੇ ਸਿੱਖਾਂ ਨੂੰ ਅੰਮ੍ਰਿਤ ਵੇਲੇ ਸਮਾਧੀ ਲਾਈ ਬੈਠੇ ਵੇਖਦੇ ਆ, ਜਿਹੜੇ ਮਾਲਾ ਫੇਰਨ ਵਾਲੇ ਸਿੱਖ ਹੈ, ਤੇ ਆਹ ਤਾਂ ਕਮਾਲ ਹੋਈ ਪਈ ਆ ਵੀ ਉਹਨਾਂ ਹੱਥਾਂ ਦੇ ਵਿੱਚ ਸ਼ਸਤਰ। ਉਹ ਲੋਕ ਜਿਹੜੇ ਕਹਿੰਦੇ ਸਨ ਮਹਾਰਾਜ ਅਸੀਂ ਤਾਂ ਕਦੇ ਨੰਗੀ ਕਰਦ ਹੱਥ ਵਿੱਚ ਨਹੀਂ ਫੜ ਕੇ ਵੇਖੀ, ਅਸੀਂ ਤਾਂ ਤੱਕੜੀਆਂ ਤੋਲਣ ਵਾਲੇ ਐ, ਤੇ ਮਹਾਰਾਜ ਅਸੀਂ ਹਥਿਆਰ ਕਿਵੇਂ ਚਲਾਵਾਂਗੇ? ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕਰ ਦਿੱਤੀ। ਜਿਹੜੇ ਕਹਿੰਦੇ ਸਨ ਮਹਾਰਾਜ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੱਡੇ ਤੋਂ ਹਮ ਡਰ ਜਾਏ ਹੈ, ਦੁਸ਼ਮਣ ਸਿਓ ਕੈਸੇ ਲੜ ਪਏ ਹੈ। ਮਹਾਰਾਜ ਕਿਵੇਂ ਲੜਾਂਗੇ ਦੁਸ਼ਮਣਾਂ ਦੇ ਨਾਲ? ਤੇ ਮਹਾਰਾਜ ਕਹਿੰਦੇ ਨਹੀਂ ਪੀਵੋ ਪਾਹਲ ਖੰਡ ਧਾਰ ਹੋਏ ਜਨਮ ਸੁਹੇਲਾ, ਜਨਮ ਸੁਹੇਲਾ ਕਰੋ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ। ਤੇ ਭਾਈ ਜਿਹੜੇ ਜ਼ੁਲਮ ਕਰਨ ਵਾਲੇ ਆ ਨਾ, ਐਵੇਂ ਸਮਾਧੀਆਂ ਲਾਉਣ ਵਾਲੇ ਸਿੱਖ ਨਾ ਬਣੋ ਨਿਰੇ ਪੁਰੇ। ਹਾਂ ਭਗਤੀ ਵੀ ਜ਼ਰੂਰੀ ਹੈ, ਪਰ ਭਗਤੀ ਵਾਲੇ ਹੱਥਾਂ ਦੇ ਵਿੱਚ ਸ਼ਸਤਰ ਵੀ ਅਤੀ ਜ਼ਰੂਰੀ ਹੈ। ਕਿਉਂਕਿ ਗੁਰਮੁਖੋ ਜੇ ਭਗਤੀ ਵਾਲੇ ਹੱਥਾਂ ਦੇ ਵਿੱਚ ਸ਼ਸਤਰ ਆਵੇਗਾ, ਹਥਿਆਰ ਆਵੇਗਾ, ਉਹ ਕਿਸੇ ਉੱਤੇ ਜ਼ੁਲਮ ਨਹੀਂ ਕਰੇਗਾ, ਉਹ ਕਿਸੇ ਗਰੀਬ ਨੂੰ ਨਹੀਂ ਸਤਾਵੇਗਾ, ਕਿਸੇ ਦਾ ਹੱਕ ਨਹੀਂ ਮਾਰੇਗਾ। ਹਾਂ ਜੇ ਭਗਤੀ ਵਿਹੂਣੇ ਹੱਥਾਂ ਵਿੱਚ ਸ਼ਸਤਰ ਆਉਂਦਾ ਤਾਂ ਫਿਰ ਉੱਥੇ ਨਾਦਰਸ਼ਾਹੀ ਹੁੰਦੀ ਹੈ, ਉੱਥੇ ਔਰੰਗਜ਼ੇਬੀ ਸੋਚ ਕੰਮ ਕਰਦੀ ਹੈ, ਉੱਥੇ ਚੰਗੇਜ਼ ਵਾਲੀ ਸੋਚ ਕੰਮ ਕਰਦੀ ਹੈ। ਫਿਰ ਗੁਰਮੁਖ ਪਿਆਰੋ ਤਲਵਾਰ ਦੇ ਜ਼ੋਰ ਦੇ ਨਾਲ ਉਹ ਦੁਨੀਆ ਦੇ ਲੋਕਾਂ ਨੂੰ ਆਪਣੀ ਗੱਲ ਮਨਾਉਣ ਦਾ ਯਤਨ ਕਰਦੇ ਆ ਲੋਕ। ਰਾਜ ਸੱਤਾ ਪ੍ਰਾਪਤ ਹੋ ਜਾਵੇ ਜਿਨ੍ਹਾਂ ਨੂੰ ਹੱਥ ਵਿੱਚ ਤਲਵਾਰ ਜਿਨ੍ਹਾਂ ਦੇ ਆ ਜਾਵੇ, ਭਗਤੀ ਵਿਹੂਣੇ ਖਾਲੀ ਹਿਰਦੇ ਆ ਨਾ ਜਿਹੜੇ, ਉਹ ਗੁਰਮੁਖ ਪਿਆਰੇ ਫਿਰ ਨਿਰਦਈ ਬਣ ਜਾਂਦੇ ਆ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਭਗਤੀ ਅਤੇ ਸ਼ਕਤੀ, ਮਾਲਾ ਅਤੇ ਤਲਵਾਰ, ਵਿਚਾਰ ਅਤੇ ਹਥਿਆਰ ਇਕੱਠੇ ਕੀਤੇ ਹੈ। ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੋਵੇਂ ਇਕੱਠੇ ਆਮੋ ਸਾਹਮਣੇ ਸਾਜੇ ਹੈ।
ਜੇ ਸ਼੍ਰੀ ਹਰਿਮੰਦਰ ਸਾਹਿਬ ਭਗਤੀ ਦਾ ਘਰ ਹੈ ਤੇ ਗੁਰਮੁਖ ਪਿਆਰਿਓ ਸ਼੍ਰੀ ਅਕਾਲ ਤਖਤ ਸਾਹਿਬ ਸ਼ਕਤੀ ਦਾ ਪ੍ਰਤੀਕ ਹੈ। ਦੁਨੀਆ ਦੇ ਤਖਤਾਂ ਦੇ ਗੁਰਮੁਖ ਪਿਆਰਿਓ ਬਰਾਬਰ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਤੋਂ ਵੀ ਉੱਚਾ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਦਾ ਸ਼੍ਰੀ ਅਕਾਲ ਤਖਤ ਸਾਜਿਆ 6ਵੇਂ ਜਾਮੇ ਦੇ ਵਿੱਚ। ਤੇ ਇਹ ਨਹੀਂ ਕਿ 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਨੇ ਜੰਗਾਂ ਲੜੀਆਂ ਤੇ ਉਹਨਾਂ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਈ, ਬਾਕੀ ਗੁਰੂ ਸਾਹਿਬ ਤਾਂ ਸਾਡੇ ਮਾਲਾ ਫੇਰਨ ਵਾਲੇ ਸਨ। ਨਹੀਂ, ਭਾਈ ਗੁਰਦਾਸ ਦੀਆਂ 12 ਪੜ੍ਹਦੇ ਆ ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ ਦੀ ਜਿੱਥੇ ਗੱਲ ਹੁੰਦੀ ਹੈ ਤੇ ਭਾਈ ਸਾਹਿਬ ਜੀ ਕਹਿੰਦੇ ਆਸਾ ਹੱਥ ਕਿਤਾਬ ਕੱਛ, ਕਹਿੰਦੇ ਕਿਤਾਬ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਗੁਰਬਾਣੀ ਦੀ ਪੋਥੀ ਵੀ ਕੋਲ ਰੱਖਦੇ ਸਨ ਤੇ ਹੱਥ ਵਿੱਚ ਆਸਾ ਡੰਡਾ ਵੀ ਰੱਖਦੇ ਸਨ। ਸੋਟਾ ਵੀ ਇੱਕ ਹਥਿਆਰ ਹੀ ਆ ਨਾ ਗੁਰਮੁਖੋ, ਹੱਥ ਵਿੱਚ ਸੋਟਾ ਰੱਖਦੇ ਸਨ। ਤੇ ਗੁਰਮੁਖੋ ਹੱਥ ਵਿੱਚ ਸੋਟੇ ਵਾਲਾ ਹੀ ਮਹਾਂਪੁਰਖ ਹੀ ਕਹਿ ਸਕਦਾ ਬਾਬਰਾ ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਤੂੰ ਪਾਪ ਦੀ ਜੰਜ ਲੈ ਕੇ ਆਇਆ ਕਾਬਲ ਤੋਂ, ਪਾਪ ਕੀ ਜੰਜ ਲੈ ਕਾਬਲੋਂ ਧਾਇਆ। ਤੇ ਮਾਲਾ ਫੇਰਨ ਵਾਲਾ ਇਕੱਲਾ ਵਿਚਾਰਾ ਜਿਹੜਾ ਕਹਿੰਦਾ ਜੀ ਨਹੀਂ ਜੀ ਅਸੀਂ ਤਾਂ ਅਹਿੰਸਾਵਾਦੀ ਹਾਂ, ਅਸੀਂ ਤਾਂ ਬਸ ਚਰਖਾ ਘੁਮਾਉਣ ਵਾਲੇ ਸਿੱਖ ਹੈ, ਤੇ ਉਹਨਾਂ ਨੇ ਗੁਰਮੁਖ ਪਿਆਰਿਓ ਫਿਰ ਕਿੱਥੋਂ ਇਹ ਹਿੰਮਤ ਕਰ ਲੈਣੀ ਸੀ। ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਪਹਿਲੇ ਜਾਮੇ ਤੋਂ ਲੈ ਕੇ ਭਗਤੀ ਅਤੇ ਸ਼ਕਤੀ ਨੂੰ ਇਕੱਤਰ ਕਰਕੇ ਇਸੇ ਤਰ੍ਹਾਂ ਵੱਖਰੇ ਵੱਖਰੇ ਜਾਮਿਆਂ ਦੇ ਵਿੱਚ ਜੋਤ ਵਰਤਾਉਂਦਿਆਂ ਹੋਇਆਂ 10ਵੇਂ ਜਾਮੇ ਦੇ ਵਿੱਚ ਆ ਕੇ ਸਤਿਗੁਰਾਂ ਨੇ ਇਹ ਮਹਾਨ ਇਨਕਲਾਬੀ ਕਾਰਜ ਕੀਤਾ। ਦੁਨੀਆ ਦੇ ਲੋਕ ਜਿਹੜੇ ਪਹਿਲਾਂ ਭਗਤ ਸਨ ਉਹ ਸਿਰਫ ਭਗਤ ਹੀ ਸਨ, ਉਹਨਾਂ ਕੋਲ ਸ਼ਕਤੀ ਨਹੀਂ ਸੀ। ਜਿਹੜੇ ਸੰਤ ਸੀ ਉਹ ਸੰਤ ਹੀ ਹੁੰਦੇ ਸੀ, ਬਸ ਸਮਾਧੀਆਂ ਲਾਉਣੀਆਂ, ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਬੈਠਣਾ, ਜੰਗਲਾਂ ਵਿੱਚ ਜਾ ਕੇ ਕਿਸੇ ਨੇ ਧੂਣੇ ਤਾਪਣੇ, ਕਿਸੇ ਨੇ ਸਮਾਧੀਆਂ ਲਾਉਣੀਆਂ, ਇਸ ਤਰ੍ਹਾਂ ਜ਼ਿੰਦਗੀ ਬਤੀਤ ਕਰ ਛੱਡਦੇ ਸਨ। ਦੁਨੀਆ ਦੇ ਲੋਕ ਉਹਨਾਂ ਦੇ ਉੱਤੇ ਆ ਕੇ ਜ਼ੁਲਮ ਕਰਦੇ। ਜਦੋਂ ਬਾਬਰ ਚੜ੍ਹ ਕੇ ਆਇਆ ਨਾ, ਆਪਾਂ ਬਾਬਰ ਬਾਣੀ ਪੜ੍ਹਦੇ ਹਾਂ, ਤੇ ਉਦੋਂ ਵੀ ਜਿਹੜੇ ਇੱਧਰਲੇ ਲੋਕ ਸਨ ਨਾ ਉਹਨਾਂ ਨੂੰ ਇਹੀ ਲੱਗਦਾ ਸੀ ਕੋਟੀ ਹੂੰ ਪੀਰ ਵਰਜ ਰਹਾਏ ਜਾ ਮੀਰ ਸੁਣਿਆ ਧਾਇਆ ਸ਼ਬਦ ਆਉਂਦਾ। ਕਹਿੰਦੇ ਜਦੋਂ ਉਹ ਮੀਰ ਬਾਬਰ ਧਾ ਕੇ ਹਮਲਾ ਕਰਕੇ ਆਇਆ ਨਾ ਤੇ ਇਹਨਾਂ ਨੇ ਆਪਣੇ ਪੀਰਾਂ ਦਾ ਸਹਾਰਾ ਲਿਆ। ਕਹਿੰਦੇ ਸਾਡੇ ਕੋਲੇ ਬੜੇ ਬੜੇ ਕਰਨੀ ਭਗਤੀ ਵਾਲੇ ਪੀਰ ਹੈ, ਤੇ ਕਹਿੰਦੇ ਜਦੋਂ ਉਹ ਬਾਬਰ ਹਮਲਾ ਕਰਕੇ ਆਵੇਗਾ ਨਾ ਸਾਡੇ ਉੱਤੇ ਤੇ ਕਹਿੰਦੇ ਮੰਤਰ ਐਸੇ ਪੜ੍ਹਨਗੇ, ਕਲਾਮਾਂ ਐਸੀਆਂ ਪੜ੍ਹਨਗੇ, ਕਹਿੰਦੇ ਉਹਨਾਂ ਮੁਗਲਾਂ ਨੂੰ ਅੰਨੇ ਕਰ ਦੇਣਗੇ। ਪਰ ਸਤਿਗੁਰ ਨੇ ਬਾਣੀ ਵਿੱਚ ਆਖਿਆ ਕਹਿੰਦੇ ਕੋਈ ਮੁਗਲ ਨਾ ਹੋਆ ਅੰਧਾ ਕਿ ਨਾ ਪਰਚਾ ਲਾਇਆ, ਕੋਈ ਮੁਗਲ ਅੰਨਾ ਨਹੀਂ ਹੋਇਆ। ਉਹਨਾਂ ਨੇ ਆ ਕੇ ਦੱਬ ਲਿਓ ਤੋਂ ਢਾਹ ਕੇ ਚੰਗੀ ਤਰ੍ਹਾਂ ਬਣਾ ਸਵਾਰ ਕੇ ਕੁੱਟੇ। ਤੇ ਫਿਰ ਮੱਤ ਟਿਕਾਣੇ ਆਈ ਵੀ ਨਹੀਂ, ਜਿੱਥੇ ਹਥਿਆਰ ਦਾ ਕੰਮ ਹੈ ਉਹ ਹਥਿਆਰ ਨਹੀਂ ਕਰਨਾ ਹੈ, ਜਿੱਥੇ ਵਿਚਾਰ ਦਾ ਕੰਮ ਉੱਥੇ ਵਿਚਾਰ ਨਾਲ ਹੀ ਸੰਵਰਦਾ ਹੁੰਦਾ ਹੈ। ਪਰ ਜਦੋਂ ਵਿਚਾਰਾਂ ਦੇ ਰਸਤੇ ਫੇਲ ਹੋ ਜਾਣ, ਅਪੀਲਾਂ ਦਲੀਲਾਂ ਵਕੀਲਾਂ ਦੇ ਰਸਤੇ ਇਹ ਗੱਲ ਪਾਰ ਲੰਘ ਜਾਵੇ, ਉਸ ਵੇਲੇ ਸਤਿਗੁਰੂ ਕਹਿੰਦੇ ਹਥਿਆਰ ਦੇ ਉੱਤੇ ਹੱਥ ਜਾਣਾ ਬਿਲਕੁਲ ਜਾਇਜ਼ ਹੈ। ਚੰਗੀ ਵਿਚਾਰ ਮਨ ਦੇ ਵਿੱਚ ਹੋਵੇਗੀ ਤੇ ਹਥਿਆਰ ਕਿਸੇ ਦਾ ਨੁਕਸਾਨ ਨਹੀਂ ਕਰੇਗਾ। ਪਰ ਗੁਰਮੁਖ ਪਿਆਰਿਓ ਵਿਚਾਰਹੀਣ ਦੇ ਕੋਲੇ ਹਥਿਆਰ ਆਵੇਗਾ ਤਾਂ ਨੁਕਸਾਨ ਹੀ ਹੈ ਨਾ। ਇਹਨੂੰ ਇੱਕ ਉਦਾਹਰਣ ਦੁਆਰਾ ਸਮਝੋ, ਜਿਵੇਂ ਕਿਸੇ ਲੁਟੇਰੇ ਡਾਕੂ ਚੋਰ ਦੇ ਹੱਥ ਹਥਿਆਰ ਆ ਗਿਆ ਤੇ ਉਹਨੇ ਤਾਂ ਲੁੱਟਾਂ ਖੋਹਾਂ ਹੀ ਕਰਨੀਆਂ, ਉਹਨੇ ਬੰਦੇ ਹੀ ਮਾਰਨੇ ਹਥਿਆਰ ਦਿਖਾ ਕੇ, ਉਹ ਹੋਰ ਕੀ ਕਰੇਗਾ। ਤੇ ਉਹੀ ਹਥਿਆਰ ਗੁਰਮੁਖ ਪਿਆਰਿਓ ਪੁਲਿਸ ਕੋਲ ਵੀ ਹੁੰਦਾ, ਫੌਜ ਕੋਲ ਵੀ ਹੁੰਦਾ। ਉਹਨਾਂ ਨੂੰ ਮਾਣ ਸਨਮਾਨ ਨਾਲ ਫੜਾਇਆ ਜਾਂਦਾ, ਕਾਨੂੰਨੀ ਤਰੀਕੇ ਨਾਲ ਫੜਾਇਆ ਜਾਂਦਾ ਕਿ ਹਥਿਆਰ ਕੋਲ ਰੱਖੋ, ਕਿਉਂਕਿ ਉਹਨਾਂ ਨੂੰ ਵਿਚਾਰ ਦੇ ਸਹਿਤ ਉਹ ਦਿੱਤਾ ਗਿਆ। ਚਾਕੂ ਛੁਰੀ ਇੱਕ ਲੁਟੇਰੇ ਕੋਲ ਵੀ ਹੈ ਤੇ ਉਹੀ ਚਾਕੂ, ਉਹੀ ਉਸਤਰਾ, ਉਹੀ ਛੁਰੀ ਇੱਕ ਡਾਕਟਰ ਦੇ ਹੱਥ ਦੇ ਵਿੱਚ ਵੀ ਹੈ, ਉਹੀ ਕੈਂਚੀ। ਤੇ ਗੁਰਮੁਖ ਪਿਆਰਿਓ ਡਾਕਟਰ ਦੇ ਕੋਲ ਅਸੀਂ ਆਪਣੇ ਆਪ ਨੂੰ ਪੇਸ਼ ਕਰ ਦਿੰਦੇ ਹਾਂ ਵੀ ਜਿੱਦਾਂ ਤੇਰਾ ਮਨ ਕਰਦਾ ਉਸ ਤਰੀਕੇ ਨਾਲ ਬਿਮਾਰੀ ਠੀਕ ਕਰ ਦੇ, ਆਪਰੇਸ਼ਨ ਕਰ ਦੇ, ਤੂੰ ਕੱਟ ਲਾ ਸਕਦਾ ਹੈ। ਪਰ ਗੁਰਮੁਖ ਪਿਆਰਿਓ ਡਾਕੂ ਚੋਰ ਦੇ ਹੱਥ ਵਿੱਚ ਹੋਵੇ ਤੇ ਆਪਾਂ ਪਾਸਾ ਵੱਟਦੇ ਹਾਂ, ਪਿਛਾਂਹ ਨੂੰ ਭੱਜਦੇ ਹਾਂ। ਹਥਿਆਰ ਉਹੀ ਹੈ, ਪਰ ਗੁਰਮੁਖ ਪਿਆਰਿਓ ਫਰਕ ਸਿਰਫ ਇੰਨਾ, ਇੱਕ ਵਿਚਾਰਵਾਨ ਦੇ ਹੱਥ ਵਿੱਚ ਹੈ, ਸੂਝਵਾਨ ਦੇ ਹੱਥ ਵਿੱਚ ਹੈ, ਤੇ ਇੱਕ ਨਿਰਦਈ ਮਨੁੱਖ ਦੇ ਹੱਥ ਵਿੱਚ ਆ ਗਿਆ। ਸਤਿਗੁਰਾਂ ਨੇ ਪਹਿਲਾਂ ਸਾਨੂੰ ਵਿਚਾਰਵਾਨ ਬਣਾਇਆ, ਗੁਰਬਾਣੀ ਦੀ ਬਖਸ਼ਿਸ਼ ਕੀਤੀ, ਮਾਲਾ ਵੀ ਬਖਸ਼ੀ ਤੇ ਤਲਵਾਰ ਵੀ ਬਖਸ਼ੀ। ਤੇ ਇੱਥੋਂ ਤੱਕ ਗੁਰਮੁਖ ਪਿਆਰਿਓ ਸਾਨੂੰ ਤਾਂ ਸਤਿਗੁਰ ਨੇ ਸ਼ਾਸਤਰਾਂ ਦੀ ਪਾਣ ਇੱਥੋਂ ਤੱਕ ਦਿੱਤੀ ਹੈ, ਜਦੋਂ ਅੰਮ੍ਰਿਤ ਤਿਆਰ ਹੁੰਦਾ ਨਾ, ਭਾਵੇਂ ਕਿ ਬਾਣੀਆਂ ਪੜ੍ਹ ਕੇ ਉਹ ਬਾਣੀਆਂ ਵਾਲਾ ਜਿਹੜਾ 5 ਬਾਣੀਆਂ ਦੇ ਜਾਪ ਵਾਲਾ ਅੰਮ੍ਰਿਤ ਗੁਰੂ ਕੇ ਸਿੰਘ ਨੂੰ ਛਕਾਇਆ ਜਾਂਦਾ ਹੈ, ਪਰ ਉਹ ਨਿਰਾ ਬਾਣੀਆਂ ਵਾਲਾ ਨਹੀਂ ਹੁੰਦਾ, ਉਹਨੂੰ ਨਾਲ ਖੰਡੇ ਦੀ ਪਾਨ ਵੀ ਚਾੜ੍ਹੀ ਜਾਂਦੀ ਹੈ। ਹਿਲਾਇਆ ਤਾਂ ਖੰਡੇ ਨਾਲ ਹੀ ਜਾਂਦਾ ਨਾ ਅੰਮ੍ਰਿਤ ਨੂੰ ਤਿਆਰ ਕਰਨ ਵੇਲੇ। ਤੇ ਆਪਾਂ ਰੋਜ਼ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੇ ਮਰਜ਼ੀ ਗੁਰੂ ਘਰ ਦੇ ਵਿੱਚ ਜਾ ਕੇ ਲੈ ਲਈਏ, ਪੂਰੀ ਦੁਨੀਆ ਦੇ ਵਿੱਚ ਗੁਰਸਿੱਖ ਪਿਆਰਿਓ
पर कड़ाह प्रसाद की देग देखो शांति का प्रतीक है प्रसाद, पर उन्होंने भी असी किरपान भेंट करके छकते हैं, उन्होंने भी हथियार की पान चढ़ाई जाती है ताकि साडे विच अणख जुरत जिहड़ी है ये कदे भी खत्म ना होवे। सर्ब लोह की रखिया हमने, सतगुर सच्चे पातशाह ने सानू रखिया दे वास्ते ये हथियार ये बख्शिश की है। सो इउं सतगुर सच्चे पातशाह ने श्री आनंदपुर साहिब दे विच ये होला अते महला नगर कीर्तन के रूप दे विच गुरु की संगतां ने जाना। तो कल जिहड़ा आपां इतिहास लड़ीवार कथा विच सरवण कीता सी ना, जिथे माता जीत कौर जी ने प्राण त्यागे, उन्हां दा संस्कार किया गया अगमपुरा नगर। सो अगमपुरे माता जी के देहुरे दे फिर परिक्रमा करके ते बाद विच फिर जाके ये समाप्ति की जाती है। जंगी करतब सतगुरु सच्चे पातशाह जी के योधे फौजां पुरातन समय तो दिखाउंदियां, क्योंकि कुछ दे तां जथे बना दिंदे सन, सारिਆਂ ਨੂੰ बराबर का मौका दिता जाता, बाकियां नूं घोड़ असवारी नेजाबाजी इत्यादक। तो साडे पहले सतगुरु भी हथियारबंद होए है। पंजवें पातशाह जिन्हों नूं आपां शांति की मूर्त शहीदां दे सरताज कहते हैं, जदों माओ पिंड विआउण आए हैं ना, अपने तो बहुती दूर नहीं माता गंगा जी नूं, तो उदों बरातां 3-3 4-4 दिन कई दिन रुकदियां हुंदियां सी। कारण हुंदा सी कि बरातां घोड़ियां दे उत्ते हाथियां दे उत्ते आउंदियां सन, तो जिस करके दूर दराडे तो आउण करके पशुओं के आराम के लिए विच एक दिन रखा जाता सी। पहले दिन बरात आउणी ढकाऊ होना, दूसरे दिन आराम करना और तीसरे दिन डोला तुरया जाता सी। सो वो मऊ नगर दे विच भी आपां सतगुरां दा इतिहास पढ़ते हैं कि दुनिया के लोग बरातां लैके जाते हैं, उत्थे अपने मनोरंजन के साधन आपो अपने तरीकों के नाल सारे करते हैं। अज के समय में जोड़े साधन चलते आपां नूं सारिआं नूं पता ही है, नाच गाना डीजे वगैरह, तो उन्होंने लोगों में लोग अपने तरीके नाल कर लेंदे होणगे, कोई बोलियां पाउंदा होना, कोई किसी तरह ढोल ढमक्का कोई करते होने हैं। पर सतगुर सच्चे पातशाह क्योंकि योधे आ बहादुर सूरमे है, तो उन्होंने उत्थे घोड़ सवारी ते नेजाबाजी के करतब मऊ नगर में दिखाने शुरू कर दिते। नगर के लोगों ने आके आख्या, कहते महाराज तुसी बड़े तकड़े बहादुर योधे हो, जेकर कहते साड़ी एक शर्त पूरी कर दो तो असी तां आनंद कारज करवाने हैं। कहते किहड़ी शर्त? उन्होंने की किया, चलाकी दे नाल ना एक दरख्त नूं उपरों वढ़ के तो उहदा ऐदां लगदा सी जिद्दां किला धरती दे विच वैसे ही गड्ढिया हुंदा, इस तरह का रूप दे दिता, पर हेठां सी डूंगी जड़। तो कहते जेकर तुसी घोड़े दे उत्ते चढ़ के नेजे दे नाल ओ किला पट दिओ ना, तो फिर असी मन्नांगे तुहाडी बहादरी नूं, फिर तुहाडे आनंद कारज होणगे। तो सतगुरु गुरु अर्जन देव महाराज सच्चे पातशाह घोड़े दे उत्ते होए असवार, तो वह नेजा ऐसा मारिया वो किले दे विच गुरमुख प्यारे समेत जड़ां दे उहनूं पुट्ठा करके रख दिता। ऐसे बहादुर सूरमे होए सतगुरु सच्चे पातशाह। तो सिखां नूं क्यों ना बख्शण भाई वो जिहड़ी रवायत है शास्त्रां दी। सो सतगुरां ने ये रवायत बख्शी। छेवें पातशाह ने 4 जंगां लड़ियां, 14 जंगां धन गुरु गोबिंद सिंह साहब महाराज सच्चे पातशाह ने इन्हां शास्त्रां दे बल दे नाल ही लड़ियां। और उस तो बाद गुरु के सिखां नूं जिहड़े सिख गुरमुख प्यारिओ अपने आप नूं समाधियां लाउण वाले साधु समझदे सन ना, वेखो इतिहास अपने सामने है। सतगुर सच्चे पातशाह जी जदों तख्त श्री दमदमा साहिब मालवे की धरती तो हजूर साहब नूं गए आ ना, तो रस्ते में जांदियां जांदियां दादू की कबर के उत्ते, दादू की समाध के उत्ते रुके आ। दादू दुआरे जिस वेले रुके है तो गुरमुख प्यारे उस वेले ये संत दादू का अगाह गद्दी नशीन सी महंत जैत राम। जिस जगह की साखी गुरसिख प्यारे आउंदी है कि गुरु के सिंघां ने सतगुरु नूं तनख्वाह लाई सी कि महाराज तुसीं कबर नूं तीर दे नाल नमस्कार क्यों कीती है। हालांकि सतगुरु सच्चे पातशाह सुखमनी साहिब का पाठ करके हटे सन, उस वेले झुक के फतेह बुलाई तो सिंघां ने समझिया कि सतगुर ने नमस्कार की, पर सतगुर ने खालसे की सुचेतता तो खुश होंदियां तनख्वाह भी प्रवान की, खालसे तो दंड लवाया। तो वह दादू दुआरे दे उत्ते जिस दादू दे बहुत सारे दोहरे प्रचलित गुरमुख प्यारिओ, बड़ा शांति उपासक दादू ये संत सी। तो गुरमुख प्यारे उहदे श्लोक मिलते हैं, कहते दादू समा विचार कै कल का लीजै भाए, जे को मारै ईंट ढेम लीजै सीस चढ़ाए।
ਕਹਿੰਦੇ ਭਾਈ ਜੇ ਤੇਰੇ ਕੋਈ ਮਾਰਦਾ ਵੀ ਹੈ ਨਾ, ਕਹਿੰਦੇ ਉਹਨੂੰ ਸਿਰ ਤੇ ਚੜਾ ਲਾ, ਉਹਦੇ ਅੱਗੇ ਹੱਥ ਨਾ ਚੁੱਕੀ, ਸਮਾਂ ਵਿਚਾਰਨਾ ਚਾਹੀਦਾ। ਪਰ ਉਹੀ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਿਧਾਂਤ ਪੁੱਛਿਆ, ਸੁਣਿਆ, ਭਾਈ ਸਿਧਾਂਤ ਕੀ ਆ ਤੁਹਾਡਾ? ਮਹੰਤ ਜੈਤ ਰਾਮ ਨੇ ਸੁਣਾਇਆ ਕਿ ਦਾਦੂ ਸਮਾਂ ਵਿਚਾਰ ਕੈ ਕਲਕਾ ਲੀਜੈ ਭਾਏ, ਜੇ ਕੋ ਮਾਰੈ ਈਂਟ ਢੇਮ ਲੀਜੈ ਸੀਸ ਚੜਾਏ। ਸਤਿਗੁਰ ਕਹਿੰਦੇ ਨਹੀਂ ਭਾਈ, ਜੇ ਸਮਾਂ ਵਿਚਾਰਨਾ ਨਾ, ਤੇ ਹੁਣ ਜਿਹੜਾ ਸਮਾਂ ਚੱਲ ਰਿਹਾ, ਸਤਿਗੁਰ ਕਹਿੰਦੇ ਹੁਣ ਸਮਾਂ ਇਹ ਹੈ, ਦਾਦੂ ਸਮਾਂ ਵਿਚਾਰ ਕੈ ਕਲਕਾ ਲੀਜੈ ਭਾਏ, ਜੇ ਕੋ ਮਾਰੈ ਈਂਟ ਢੇਮ ਪਾਥਰ ਹਨੈ ਰਸਾਏ। ਕਹਿੰਦੇ ਜੇ ਕੋਈ ਤੁਹਾਡੇ ਇੱਟ ਰੋੜੀ ਮਾਰਦਾ ਨਾ, ਤੇ ਉਹ ਅੱਗੋਂ ਕਹਿੰਦੇ ਚੱਕ ਕੇ ਪੱਥਰ ਮਾਰੋ ਉਹਦੇ। ਇਸ ਤਰ੍ਹਾਂ ਦਾ ਸਮਾਂ ਕਹਿੰਦੇ ਹੁਣ। ਬਾਝੋਂ ਹੱਥ ਕਰਾਰਿਆਂ ਵੈਰੀ ਹੁੰਦੇ ਨਾ ਮਿੱਤ, ਕਹਿੰਦੇ ਵੈਰੀ ਮਿੱਤਰ ਨਹੀਂ ਹੁੰਦੇ ਕਦੇ ਕਰਾਰੇ ਹੱਥ ਜਿੰਨੀ ਦੇਰ ਤੱਕ ਨਾ ਵਿਖਾਈਏ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਿਰ ਜਿਸ ਵੇਲੇ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਹੈ, ਤੇ ਉੱਥੇ ਇਹਨਾਂ ਨੂੰ ਕੌਣ ਮਿਲਦਾ? ਮਾਧੋ ਦਾਸ ਬੈਰਾਗੀ। ਮਾਧੋ ਦਾਸ ਗੁਰਮੁਖ ਪਿਆਰਿਓ, ਇਹ ਮਾਧੋ ਦਾਸ ਉਹ ਰਾਜਪੂਤਾਂ ਦਾ ਲੜਕਾ ਜਿਹੜਾ ਬਚਪਨ ਦੇ ਵਿੱਚ ਸ਼ਿਕਾਰ ਖੇਡਦਾ ਹੋਇਆ, ਤੇ ਇੱਕ ਹਿਰਨੀ ਨੂੰ ਇਹਨੇ ਤੀਰ ਮਾਰਿਆ, ਉਹਦਾ ਪੇਟ ਚਾਕ ਕੀਤਾ, ਪੇਟ ਦੇ ਵਿੱਚੋਂ 2 ਬੱਚੇ ਨਿਕਲੇ, ਤੜਫ ਤੜਫ ਕੇ ਅੱਖਾਂ ਦੇ ਸਾਹਮਣੇ ਚੜ੍ਹਾਈ ਕਰ ਗਏ, ਤੇ ਉਸ ਦਿਨ ਤੋਂ ਪ੍ਰਣ ਕਰ ਲਿਆ, ਤੀਰ ਤੋੜ ਕੇ ਸੁੱਟ ਦਿੱਤੇ ਨਦੀ ਵਿੱਚ ਕਿ ਅੱਜ ਤੋਂ ਬਾਅਦ ਸ਼ਿਕਾਰ ਨਹੀਂ ਕਰਾਂਗਾ। ਮਨ ਵਿੱਚ ਦਇਆ ਪੈਦਾ ਹੋ ਗਈ। ਦਇਆ ਧਰਮ ਕਾ ਮੂਲ ਹੈ, ਦਇਆ ਹੋਣੀ ਚਾਹੀਦੀ ਹੈ। ਪਰ ਗੁਰਮੁਖ ਪਿਆਰਿਓ, ਜਿੱਥੇ ਜ਼ੁਲਮ ਹੋ ਰਿਹਾ ਹੋਵੇ ਉੱਥੇ ਦਇਆ ਕੀ ਕੰਮ ਕਰੇਗੀ? ਮਾਲਾ ਫੜੀ ਕੀ ਕੰਮ ਕਰੇਗੀ? ਉੱਥੇ ਤਾਂ ਹਥਿਆਰਾਂ ਨੇ ਕੰਮ ਕਰਨਾ ਨਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਜਿਹੜਾ ਲਛਮਣ ਦਾਸ ਤੋਂ ਬਾਅਦ ਔਗੜ ਦਾਸ ਦਾ ਚੇਲਾ ਬਣ ਕੇ ਮਾਧੋ ਦਾਸ ਬਣ ਗਿਆ ਸੀ। ਤੇ ਗੁਰਮੁਖ ਪਿਆਰਿਓ, ਇਹ ਮਾਧੋ ਦਾਸ ਉੱਥੇ ਮਿਲਿਆ ਸਤਿਗੁਰ ਸੱਚੇ ਪਾਤਸ਼ਾਹ ਇਹਦੇ ਪਲੰਘੇ ਦੇ ਉੱਤੇ ਜਾ ਕੇ ਬਹਿ ਗਏ। ਪਲੰਘੇ ਦੇ ਉੱਤੇ ਜਾ ਕੇ ਬਿਰਾਜਮਾਨ ਹੋਏ, ਤੇ ਚੇਲਿਆਂ ਨੇ ਦੱਸਿਆ ਕਿ ਕੋਈ ਪੀਰ, ਕੋਈ ਸ਼ਸਤਰਧਾਰੀ ਸੰਤ ਉਹ ਤੁਹਾਡੇ ਪਲੰਘੇ ਦੇ ਉੱਤੇ ਆ ਕੇ ਬਹਿ ਗਿਆ, ਫੌਜਾਂ ਉਹਦੇ ਨਾਲ ਹੈ। ਤੇ ਬੜਾ ਗੁੱਸੇ ਵਿੱਚ ਆਇਆ, ਕਿਉਂਕਿ ਇਹਦਾ ਨਿੱਤ ਦਾ ਹੀ ਕਰਮ ਸੀ, ਜਿਹੜਾ ਵੀ ਕੋਈ ਸਾਧੂ ਮਹਾਤਮਾ ਆ ਜਾਂਦਾ ਉਹਨੂੰ ਇਹਨੇ ਪਿਆਰ ਦੇ ਨਾਲ ਆਸਣ ਦੇ ਉੱਤੇ ਬਿਠਾਉਣਾ, ਤੇ ਜਿਸ ਵੇਲੇ ਉਹ ਬਹਿ ਜਾਂਦਾ ਤੇ ਆਪਣੀਆਂ ਰਿੱਧੀਆਂ ਸਿੱਧੀਆਂ ਸ਼ਕਤੀਆਂ ਦੇ ਨਾਲ ਉਹ ਪਲੰਘਾ ਹਵਾ ਦੇ ਵਿੱਚ ਉਡਾ ਕੇ ਪੁੱਠਾ ਕਰ ਦੇਣਾ, ਤੇ ਉਹ ਜਦੋਂ ਸਾਧੂ ਹੇਠਾਂ ਡਿੱਗਣਾ ਤੇ ਇਹਨੇ ਖਿੜਖੜਾ ਕੇ ਹੱਸਣਾ। ਬੜਾ ਹੰਕਾਰੀ ਹੋ ਗਿਆ ਸੀ। ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਤਾਂ ਆਈ ਹੰਕਾਰ ਦੂਰ ਕਰਨ ਸੀ, ਸੰਤ ਨੂੰ ਹੱਥ ਹਥਿਆਰ ਫੜਾਉਣ ਵਾਸਤੇ ਆਏ ਸੀ। ਤੇ ਸਤਿਗੁਰੂ ਜੀ ਜਾ ਕੇ ਬਹਿ ਗਏ ਤੇ ਆਸਣ ਦੇ ਉੱਤੇ। ਇਹ ਚੇਲਿਆਂ ਨੇ ਜਾ ਕੇ ਦੱਸਿਆ, ਇਹ ਕਹਿੰਦਾ ਗੱਲ ਕਿਹੜੀ ਹੈ? ਮੇਰੇ ਪਲੰਘੇ ਤੇ ਬਹਿ ਗਿਆ, ਹੁਣੇ ਕਹਿੰਦਾ ਪਲੰਘਾ ਪਲਟਾ ਦੇਣਾ, ਇੱਥੋਂ ਬੈਠਾ ਸ਼ਕਤੀਆਂ ਦੇ ਨਾਲ। ਗੁਰਮੁਖ ਪਿਆਰਿਓ, ਇਹਨੇ ਬੜਾ ਜ਼ੋਰ ਲਾਇਆ, ਪਲੰਘਾ ਹਿੱਲਣ ਲੱਗਿਆ। ਸਤਿਗੁਰੂ ਨੇ ਤੀਰ ਦੀ ਨੋਕ ਪਲੰਘੇ ਦੇ ਉੱਤੇ ਲਾਤੀ, ਕਹਿੰਦੇ ਕਿੱਧਰ ਚੱਲਿਆ? ਟਿਕਿਆ ਰਹਿ। ਦੂਸਰੀ ਤਰਫ ਤੋਂ ਉਠਾਉਣ ਲੱਗਿਆ, ਸਤਿਗੁਰਾਂ ਨੇ ਤੀਰ ਦੀ ਨੋਕ ਦੇ ਨਾਲ ਰੋਕਿਆ, ਕਹਿੰਦੇ ਟਿਕਿਆ ਰਹਿ। ਤੇ ਗੁਰਮੁਖ ਪਿਆਰਿਓ, ਜਦੋਂ ਇਹਨੇ ਜ਼ੋਰ ਲਾ ਲਿਆ ਵੀਰਾਂ ਬੇਤਾਲਾਂ ਨੂੰ ਭੇਜ ਕੇ ਰਿੱਧੀਆਂ ਸਿੱਧੀਆਂ ਨੂੰ, ਫਿਰ ਅੰਤ ਸਮੇਂ ਫਿਰ ਆਪ ਆਇਆ। ਜਦੋਂ ਆਇਆ ਸਾਹਮਣੇ ਸਤਿਗੁਰੂ ਕਲਗੀਆਂ ਵਾਲੇ ਜਮਾਲ ਜਲਾਲ ਦਾ ਭਰਿਆ ਹੋਇਆ ਨੂਰੀ ਸਤਿਗੁਰ ਦਾ ਚਿਹਰਾ ਤੱਕਿਆ, ਤੇ ਪਹਿਲੀ ਤੱਕਣੀ ਦੇ ਵਿੱਚ ਹੀ ਸਤਿਗੁਰਾਂ ਦਾ ਮੁਰੀਦ ਹੋ ਗਿਆ ਮਾਧੋ ਦਾਸ। ਐਸਾ ਮੁਰੀਦ ਹੋਇਆ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਦੇ ਕੋਲ ਪਹੁੰਚਿਆ, ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਾਂ ਭਾਈ ਤੂੰ ਕੌਣ ਹੈ? ਦੇਖੋ ਉਲਟ ਗੱਲ ਹੋਈ। ਆਪਾਂ ਕਿਸੇ ਦੇ ਘਰ ਜਾਈਏ ਤਾਂ ਘਰ ਵਾਲਾ ਬੰਦਾ ਪੁੱਛਦਾ ਨਾ ਵੀ ਤੂੰ ਕੌਣ ਹੈ ਭਾਈ, ਸਾਡੇ ਆਇਆ। ਪਰ ਸਤਿਗੁਰ ਪਾਤਸ਼ਾਹ ਗਏ ਨੇ ਮਾਧੋ ਦਾਸ ਦੇ ਡੇਰੇ, ਤੇ ਉਸੇ ਨੂੰ ਪੁੱਛਦੇ ਆ, ਕਹਿੰਦੇ ਤੂੰ ਕੌਣ ਹੈ? ਹੱਥ ਜੋੜੇ, ਨੇਤਰ ਬੰਦ ਹੋ ਗਏ, ਸ਼ਰਧਾ ਭਾਵਨਾ ਵਿੱਚ ਆ ਕੇ ਕਹਿੰਦਾ ਮਹਾਰਾਜ ਮੈਂ ਬੰਦਾ, ਮੈਂ ਤੁਹਾਡਾ ਬੰਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬੰਦਿਆਂ ਦੇ ਆਹ ਕੰਮ ਹੁੰਦੇ ਆ, ਸਰੀਰ ਦੇ ਉੱਤੇ ਵਿਭੂਤੀਆਂ ਮਲ ਕੇ ਆਏ ਗਏ ਸਾਧੂ ਦਾ ਨਿਰਾਦਰ ਕਰਨਾ, ਤੇ ਐਵੇਂ ਇੱਕ ਹਰਨੀ ਤੇਰੇ ਤੋਂ ਮਰ ਗਈ ਤੇ ਉਹਨੂੰ ਦੇਖ ਕੇ ਹਥਿਆਰ ਸੁੱਟ ਦੇਣੇ, ਤੇ ਇਹ ਕੋਈ ਬੰਦਿਆਂ ਦਾ ਕੰਮ ਥੋੜੀ ਆ। ਮੇਰੇ ਬੰਦਿਆਂ ਦੇ ਕੰਮ ਦੇਖ, ਕਿਵੇਂ ਆਨੰਦਗੜ੍ਹ ਦੇ ਕਿਲੇ ਦੇ ਵਿੱਚ, ਆਨੰਦਪੁਰ ਦੇ ਕਿਲੇ ਦੇ ਵਿੱਚ ਡਟ ਕੇ ਰਹੇ। 40 ਨੇ ਕਿਵੇਂ 10 ਲੱਖ ਤੋਂ ਵੱਧ ਫੌਜਾਂ ਦਾ ਮੁਕਾਬਲਾ ਕੀਤਾ, ਕਿਵੇਂ ਚਨੇ ਚਬਾਏ ਨੇ ਦੁਸ਼ਮਣਾਂ ਨੂੰ। ਬੰਦਿਆਂ ਦੇ ਕੰਮ ਇਹ ਹੁੰਦੇ ਆ। ਤੇ ਗੁਰਮੁਖ ਪਿਆਰੇ ਗੋਡੇ ਟੇਕ ਦਿੱਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਹਮਣੇ। ਮਾਧੋ ਦਾਸ ਕਹਿੰਦਾ ਮਹਾਰਾਜ ਜਿਹੜੇ ਤੀਰ ਮੈਂ ਤੋੜ ਕੇ ਸੁੱਟੇ ਸੀ ਨਾ, ਉਹ ਕਿਰਪਾ ਕਰਕੇ ਮੈਨੂੰ ਬਖਸ਼ ਦਿਓ। ਸਤਿਗੁਰਾਂ ਨੇ ਆਪਣੇ ਭੱਥੇ ਵਿੱਚੋਂ 5 ਤੀਰ ਬਖਸ਼ਿਸ਼ ਕੀਤੇ। ਦੇਖੋ ਇੱਕ ਸੰਤ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਵੇਂ ਸਿਪਾਹੀ ਬਣਾਇਆ। ਤੇ ਸਤਿਗੁਰ ਨੇ ਤਾਂ ਸੁਮੇਲ ਹੀ ਪਹਿਲਾਂ ਤੋਂ ਰੱਖਿਆ ਕਿ ਗੁਰੂ ਕਾ ਸਿੱਖ ਸੰਤ ਸਿਪਾਹੀ ਹੈ।
ਜਦੋਂ ਨਾਮ ਜਪਦਾ ਉਸ ਵੇਲੇ ਸੰਤ ਹੈ, ਤੇ ਜਦੋਂ ਮੈਦਾਨੇ ਜੰਗ ਵਿੱਚ ਹੈ ਉਦੋਂ ਇਹ ਸਿਪਾਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਬਚਨ ਇੱਥੋਂ ਤੱਕ ਕੀਤੇ ਕਿ ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਧੰਨਤਾ ਦੇ ਯੋਗ ਹੈ ਉਹ ਗੁਰੂ ਕੇ ਪਿਆਰੇ, ਉਹ ਸੰਤ ਸਿਪਾਹੀ ਜਿਨ੍ਹਾਂ ਦੇ ਮੁਖਾਰ ਬਿੰਦ ਤੋਂ ਰੱਬ ਦਾ ਨਾਮ ਤੇ ਹਿਰਦੇ ਵਿੱਚ ਯੁੱਧ ਦੀ ਲਾਲਸਾ ਰਹਿੰਦੀ ਹੈ। ਧਰਮ ਯੁੱਧ ਕਹਿ ਚਾਏ, ਗੁਰਮੁਖ ਪਿਆਰਿਓ ਧਰਮ ਯੁੱਧ ਦਾ ਚਾਅ ਜਿਨ੍ਹਾਂ ਦੇ ਮਨ ਵਿੱਚ ਰਹਿੰਦਾ, ਐਸੇ ਸਿੱਖ ਸਤਿਗੁਰ ਸੱਚੇ ਪਾਤਸ਼ਾਹ ਨੇ ਪੈਦਾ ਕੀਤੇ ਹੈ, ਐਸਾ ਖਾਲਸਾ ਸਜਾਇਆ। ਸੋ ਹੋਲੇ ਮਹੱਲੇ ਦੇ ਦਿਨ ਦੇ ਉੱਤੇ ਗੁਰਮੁਖ ਪਿਆਰਿਓ ਆਪਾਂ ਪ੍ਰਣ ਕਰੀਏ ਕਿ ਵਿਚਾਰ ਦੇ ਨਾਲ ਵੀ ਜੁੜੀਏ ਤੇ ਹਥਿਆਰ ਦੇ ਨਾਲ ਵੀ ਜੁੜੀਏ, ਗੁਰੂ ਕੀ ਬਾਣੀ ਵੀ ਪੜ੍ਹੀਏ ਤੇ ਅੰਮ੍ਰਿਤ ਛਕ ਕੇ ਤਿਆਰ ਬਾਰ ਤਿਆਰ ਸਿੰਘ ਵੀ ਸਜੀਏ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਕਿਉਂਕਿ ਗੁਰਮੁਖ ਪਿਆਰਿਓ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਵਿਰਸੇ ਨੂੰ ਭੁੱਲ ਜਾਂਦੀਆਂ, ਆਪਣੇ ਵਿਰਸੇ ਦੇ ਵਾਰਸ ਨਹੀਂ ਬਣੇ ਰਹਿੰਦੇ ਨਾ, ਵਿਰਾਸਤ ਤੋਂ ਬੇਮੁਖ ਹੋ ਜਾਂਦੇ ਹੈ, ਉਹ ਕੌਮਾਂ ਦੁਨੀਆ ਦੇ ਤਖਤੇ ਉੱਤੋਂ ਗਲਤ ਅੱਖਰ ਵਾਂਗੂ ਮਿਟ ਜਾਂਦੀਆਂ। ਕਦੇ ਬਣਦੀਆਂ ਕੌਮਾਂ ਨਹੀਂ ਇਸ ਗੱਲੋਂ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ, ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਇਹ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਇੱਥੇ ਗੁਰਮੁਖ ਪਿਆਰਿਓ ਸਿਰਾਂ ਦੀ ਗਿਣਤੀ ਹੁੰਦੀ ਹੈ, ਕਿੰਨੇ ਸਿਰ ਆਪਣੀ ਕੌਮ ਦੀ ਅਣਖ ਵਾਸਤੇ ਗੁਰਮੁਖ ਪਿਆਰਿਓ ਲਾਏ ਗਏ ਹੈ। ਉਹਨਾਂ ਸਿਰਾਂ ਦੀ ਗਿਣਤੀ ਦੇ ਨਾਲ ਕੌਮਾਂ ਦੇ ਇਤਿਹਾਸ ਬਣਦੇ ਆ। ਕਦੇ ਇਤਿਹਾਸ ਰਾਜਿਆਂ ਦੇ ਜਾਂ ਕੁਲਾਂ ਨਾਲ ਨਹੀਂ ਬਣਦੇ ਹੁੰਦੇ ਕਿ ਸਾਡੀ ਕੁਲ ਵਿੱਚ ਇੰਨਿਆਂ ਨੇ ਰਾਜ ਕੀਤਾ ਹੈ, ਇੰਨੇ ਸਾਡੇ ਮੰਤਰੀ ਬਣੇ, ਇੰਨੇ ਸੰਤਰੀ ਬਣੇ। ਇਹ ਤਾਂ ਗੁਰਮੁਖ ਪਿਆਰਿਓ 4 ਦਿਨਾਂ ਦੀਆਂ ਗੱਲਾਂ। ਸੋ ਰੱਬ ਦੀ ਬਾਣੀ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਈਏ, ਕਿਉਂਕਿ ਦੁਨਿਆਵੀ ਰੰਗ ਜਿਹੜੇ ਇਹ ਗੁਰਮੁਖ ਪਿਆਰਿਓ ਕਸੁੰਭੇ ਰੰਗ ਹੈ, ਨਾਸ਼ਵੰਤ ਰੰਗ ਹੈ। ਵਾਹਿਗੁਰੂ ਦੇ ਨਾਮ ਦਾ ਜਿਹੜਾ ਰੰਗ ਹੈ ਲਾਲ ਰੰਗ, ਤਿਸ ਕੋ ਲੱਗਾ ਜਿਸ ਕੇ ਵਡ ਭਾਗਾ। ਲਾਲ ਰੰਗ ਕਦੇ ਉਤਰ ਨਾ ਜਾਏ, ਪ੍ਰੇਮ ਦਾ ਰੰਗ ਕਦੇ ਉਤਰਦਾ ਨਹੀਂ। ਇਹ ਪ੍ਰੇਮ ਦੇ ਰੰਗ ਦੇ ਵਿੱਚ ਆਪਾਂ ਰੰਗੇ ਜਾਈਏ, ਫਿਰ ਗੁਰੂ ਦੀਆਂ ਖੁਸ਼ੀਆਂ ਦੇ ਆਪਾਂ ਸਾਰੇ ਪਾਤਰ ਬਣਾਂਗੇ। ਗੁਰਸਿੱਖ ਪਿਆਰਿਓ ਮੁਹੰਮਦ ਸ਼ਾਹ ਰੰਗੀਲਾ ਇੱਕ ਬਾਦਸ਼ਾਹ ਹੋਇਆ ਗੁਰਮੁਖ ਪਿਆਰਿਓ, ਬਾਬਰ ਦੀ ਕੁਲ ਦੇ ਵਿੱਚੋਂ ਆਖਰੀ ਬਾਦਸ਼ਾਹ ਹੋਇਆ। ਮੁਹੰਮਦ ਸ਼ਾਹ ਰੰਗੀਲੇ ਦੇ ਉੱਤੇ ਜਿਸ ਵੇਲੇ ਨਾਦਰ ਸ਼ਾਹ ਨੇ ਆ ਕੇ ਹਮਲਾ ਕੀਤਾ ਤੇ ਐਸਾ ਜ਼ਬਰਦਸਤ ਹਮਲਾ ਸੀ ਨਾ ਗੁਰਮੁਖ ਪਿਆਰਿਓ, ਅੱਜ ਵੀ ਜਦੋਂ ਕਿਤੇ ਕੋਈ ਬਹੁਤਾ ਜ਼ੁਲਮ ਹੁੰਦਾ ਤਾਂ ਆਪਾਂ ਸ਼ਬਦ ਵਰਤਦੇ ਹਾਂ ਕਿ ਨਾਦਰ ਸ਼ਾਹੀ ਵਰਤ ਰਹੀ ਹੈ। ਜਿੱਥੇ ਵੀ ਕੋਈ ਜ਼ਿਆਦਾ ਜ਼ੁਲਮ ਹੋਵੇ ਆਪਾਂ ਕਹਿੰਦੇ ਜਿਵੇਂ ਹੁਣ ਸਾਡੇ ਕਿਸਾਨ ਵੀਰ ਬੈਠੇ ਆ ਬਾਰਡਰਾਂ ਦੇ ਉੱਤੇ, ਤੇ ਉਹ ਸਾਰੇ ਗੱਲ ਇਹੀ ਕਰਦੇ ਆ ਨਾ, ਜਿਹਦੀ ਮਰਜ਼ੀ ਸਪੀਚ ਸੁਣ ਲਓ, ਕਹਿੰਦੇ ਜੀ ਦੇਸ਼ ਦਾ ਪ੍ਰਧਾਨ ਮੰਤਰੀ ਸਾਡੀ ਗੱਲ ਨਹੀਂ ਸੁਣਦਾ, ਨਾਦਰ ਬਣਿਆ ਪਿਆ, ਨਾਦਰ ਸ਼ਾਹੀ ਵਰਤ ਰਹੀ ਆ ਸਾਡੇ ਉੱਤੇ। ਸੋ ਗੁਰਮੁਖ ਪਿਆਰਿਓ ਜਦੋਂ ਕੋਈ ਅੱਤ ਦਾ ਜ਼ੁਲਮ ਹੋਵੇ ਉਦੋਂ ਕਿਹਾ ਜਾਂਦਾ ਕਿ ਨਾਦਰ ਸ਼ਾਹੀ, ਤੇ ਦੇਖੋ ਨਾਦਰ ਨੇ ਕਿੰਨਾ ਜ਼ੁਲਮ ਕੀਤਾ ਹੋਊਗਾ। ਇੰਨਾ ਜ਼ੁਲਮ ਉਹਨੇ ਕੀਤਾ ਕਿ ਜਿਹੜਾ ਇਹ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਸੀ ਨਾ, ਇਹ ਇੰਨੇ ਨੀਵੇਂਪਣ ਦੇ ਵਿੱਚ ਆ ਗਿਆ, ਇੰਨਾ ਇਹਦਾ ਗਰਾਫ ਹੇਠਾਂ ਡਿੱਗ ਪਿਆ ਸੂਰਮਤਾਈ ਤੋਂ। ਗੁਰਮੁਖ ਪਿਆਰਿਓ ਆਪਣੀ ਲੜਕੀ ਨੂੰ ਲੈ ਕੇ ਹਾਜ਼ਰ ਹੋ ਗਿਆ, ਕਹਿੰਦਾ ਨਾਦਰ ਸ਼ਾਹ ਪਰਜਾ ਦੇ ਉੱਤੇ ਜ਼ੁਲਮ ਕਰਨਾ ਬੰਦ ਕਰ ਦੇ, ਆ ਹਮਲੇ ਬੰਦ ਕਰ ਦੇ, ਮੇਰੀ ਲੜਕੀ ਦਾ ਡੋਲਾ ਤੈਨੂੰ ਦੇ ਦੇਣਾ। ਪੇਸ਼ਕਸ਼ ਕਰ ਦਿੱਤੀ। ਗੁਰਮੁਖੋ ਜਦੋਂ ਇਹਨੇ ਇਹ ਪੇਸ਼ਕਸ਼ ਕੀਤੀ ਤੇ ਨਾਦਰ ਸ਼ਾਹ ਨੇ ਕਿਹਾ ਠੀਕ ਹੈ, ਮੇਰਾ ਲੜਕਾ ਨਾਦਰ ਸ਼ਾਹ, ਉਹਦਾ ਵਿਆਹ ਤੇਰੇ ਵੱਲ ਕਰ ਦਿੰਨੇ ਐ। ਕੁੜਮਾਈ ਹੋ ਗਈ ਤੇ ਇਹ ਨਾਦਰ ਸ਼ਾਹ ਦਾ ਲੜਕਾ ਨਾਸਰ ਸ਼ਾਹ ਜਿਸ ਵੇਲੇ ਇਹ ਮੁਹੰਮਦ ਸ਼ਾਹ ਰੰਗੀਲੇ ਦੇ ਮਹਿਲਾਂ ਦੇ ਵਿੱਚ ਪਹੁੰਚਿਆ ਤੇ ਗੁਰਮੁਖੋ ਉੱਥੇ ਇਹ ਜਿਹੜੀਆਂ ਸਖੀਆਂ ਸਹੇਲੀਆਂ ਸਨ ਨਾ ਉਹ ਬਾਦਸ਼ਾਹ ਰੰਗੀਲੇ ਦੀ ਲੜਕੀ ਦੀਆਂ, ਤੇ ਉਹਨਾਂ ਨੇ ਹਾਸਾ ਮਖੌਲ ਕਰਦੀਆਂ ਨਾਸਰ ਸ਼ਾਹ ਨੂੰ, ਕਹਿੰਦੀਆਂ ਜੀ ਅਸੀਂ ਤੁਹਾਡੇ ਤੋਂ ਤੁਹਾਡੀ ਕੁਲ ਦਾ ਕੁਰਸੀਨਾਮਾ ਸੁਣਨਾ ਹੈ, ਸਾਨੂੰ ਕੁਰਸੀਨਾਮਾ ਸੁਣਾਓ। ਤੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਨਾਦਰ ਸ਼ਾਹ ਸੀ ਨਾ ਇਹ ਜੱਦੀ ਪੁਸ਼ਤੀ ਰਾਜਾ ਮਹਾਰਾਜਾ ਨਹੀਂ ਸੀ, ਇਹ ਪਹਿਲਾਂ ਭੇਡਾਂ ਚਾਰਦਾ ਹੁੰਦਾ ਸੀ। ਤੇ ਉਹ ਨਾਸਰ ਸ਼ਾਹ ਸੀ ਜਿਹੜਾ ਵਿਚਾਰਾ ਉਹ ਥੋੜ੍ਹਾ ਜਿਹਾ ਨਿੰਮੋ ਝੂਣਾ ਜਿਹਾ ਹੋ ਗਿਆ, ਨਿਰਾਸ਼ ਜਿਹਾ ਹੋ ਗਿਆ ਤੇ ਉੱਥੋਂ ਵਾਪਸ ਆ ਗਿਆ। ਕਹਿੰਦਾ ਹੁਣ ਕੀ ਦੱਸਾਂ ਇਹਨਾਂ ਨੂੰ ਵੀ ਸਾਡੇ ਬਾਬੇ ਦਾਦੇ ਭੇਡਾਂ ਚਾਰਦੇ ਰਹੇ ਆ, ਸਾਡੇ ਕੁਲ ਦੇ ਵਿੱਚ ਕੋਈ ਬਾਦਸ਼ਾਹ ਨਹੀਂ ਸੀ। ਤੇ ਇਹ ਵਿਚਾਰ ਮਨ ਦੇ ਵਿੱਚ ਕਰਕੇ ਵਾਪਸ ਗਿਆ ਨਾਦਰ ਸ਼ਾਹ ਦੇ ਕੋਲੇ, ਸਾਰੀ ਗੱਲ ਦੱਸੀ। ਨਾਦਰ ਸ਼ਾਹ ਕਹਿੰਦਾ ਬਸ ਆਹੀ ਗੱਲ ਹੈ। ਕਹਿੰਦਾ ਸਾਡੀ ਕੁਲ ਤਾਂ ਸਾਰਿਆਂ ਤੋਂ ਉੱਤਮ ਹੈ, ਸਰਬੋਤਮ ਹੈ, ਜਿਹੜੇ ਦੁਨੀਆ ਦੇ ਤਕੜੇ ਤਕੜੇ ਰਾਜੇ ਮਹਾਰਾਜੇ ਆ ਨਾ, ਬਹਾਦਰ ਲੋਕ ਹੈ, ਉਹਨਾਂ ਦੇ ਨਾਲ ਸਾਡਾ ਕੁਰਸੀਨਾਮਾ ਮਿਲਦਾ ਹੈ। ਕਹਿੰਦੇ ਕਿਵੇਂ ਕੁਰਸੀਨਾਮਾ ਮਿਲਦਾ? ਕਹਿੰਦੇ ਜਦੋਂ ਤੈਨੂੰ ਇਹ ਸਵਾਲ ਕਰਨ ਉੱਥੇ ਗਏ ਨੂੰ, ਕਹਿੰਦੇ ਤੂੰ ਉਹਨਾਂ ਨੂੰ ਇਹ ਗੱਲ ਆਖੀ ਕਿ ਮਮ ਨਾਸਰ
मम पिसर नादर मम पिसर शमशीरे नादर। कहन लगे तू ये जाके जवाब देना है कि मैं नासर शाह है, मेरा पिता बहादुर जिहड़ा वो नादर शाह है, तो मेरे पिता का अगां जिहड़ा पिता जी ने उन्होंने राज बख्शिया कहते वो खंडा है, वो तलवार है। सो गुरमुखो जिन्हां दी तलवार जिन्हां दा हथियार कायम है, दुनिया के लोग उन्होंने झुक झुक के सलामा करते हैं। इस करके तकड़ियां तोलण वाले हत्थां विच कलगियां वाले पातशाह ने आ होले महल्ले के दिन के उत्ते सानू शस्त्र बख्शिश कीते। शस्त्रधारी होइए, त्यार बार त्यार होइए, अमृत छकीए, सिंह सजीए, गुरु वाले बणीए, फिर गुरु कीआं खुशियां दे पात्र बनांगे। विचारां दौरान होईआं बेअंत भुल्लां दी आप समूह संगतां ने खिमा बख्शिश करनी। गरीब नवाज सच्चे पातशाह किरपा करन। ਜਿਹੜੇ साधु महात्मा उदासियां बैरागियां के हत्थां विच हथियार फड़ा दिंदे आ ना, तो गुरमुख प्यारिओ असीं तां जम्मे ही सिखां दे घर हैं, साडे तां नाम दे नाल ਸਿੰਘ कौर बचपन तो ही लग जांदा है। असीं जरूर शस्त्रधारी बणीए, जिथे गुरबाणी का पाठ सीखना है उत्थे शस्त्र विद्या भी सीखीए, क्योंकि ये बहुत घटती जा रही है। सो शस्त्र विद्या, क्योंकि जे शस्त्रां की लोड़ ना होवे तो गुरमुख प्यारिओ आ बार्डरां दे उत्ते फिर एडियां एडियां तोपां मशीन गन्नां काहदे वास्ते बीड़ के रखणियां। ये भगती वाले हत्थां विच जदों आउंदे आ शस्त्र, तो गुरमुख प्यारिओ फिर वो रखिया करदे आ सिद्धांतां दी, अपने विरसे दी, अपनी विरासत दी। तो गुरमुख प्यारिओ फिर दुनिया के लोग उन्होंने सदीव समय तक चेते रखते हैं। हरमंदर साहिब श्री अकाल तख्त साहिब की गल की ना, हरमंदर साहिब भगती का घर है, तो वह भगती की रख्या के लिए श्री अकाल तख्त साहिब, हरमंदर साहिब विचार, श्री अकाल तख्त साहिब हथियार। तो उस अकाल तख्त साहिब तो वेखो किन्नियां ही जंगां लड़ियां गईयां, बहुती दूर ना जाओ। 1984 दे विच श्रीमान संत ज्ञानी जरनैल सिंह जी खालसा भिंडरां वाले महापुरख दमदमी टकसाल के 14वें मुखी गिणती के ਸਿੰਘਾਂ ਦੇ ਨਾਲ किवें असामी जंग लड़ी, तो दुश्मनों नूं भारतीय हुकूमत या फौजां नूं किवें लोहे के चने उन्होंने चबाए, क्योंकि विचार कोल सी ना। विचार वालियां दे हत्थ विच हथियार आवेगा तो अपने विरसे नूं विरासत नूं कायम रख गए। अज जिथे मर्जी महापुरखों का नाम लै दिओ जाके, तो गुरमुख प्यारो नौजवानों का लूं कंडा खड़ा हो जाता है। दुनिया के लोगों का सीस झुक जाता भी ऐसा संत सिपाही तुहाडी कौम विच पैदा होया। बाबा बंदा सिंह बहादुर तो बाद एडी महान शख्सियत। गुरमुख प्यारिओ हज़ारों साल नरगिस अपनी बेनूरी पे रोती है, बड़ी मुश्किल से होता है चमन में दीदावर पैदा। ऐसे ऐसे संत सिपाही कौमां दे विच कदे वड्डियां भागां दे नाल चिरां बाद पैदा हुंदे है। सो भाई ऐसे संत सिपाहियां दे सतगुर सच्चे पातशाह जी दे नक्शे कदमां दे उत्ते चलीए। अपने विरसे नूं अते विरासत नूं संभालण दा दिन होला महल्ला कल नूं आ रहा है। सो होले महल्ले दियां समूह संगतां नूं दास अपने वल्लों बहुत बहुत वधाइयां दिंदा है। सतगुर सच्चे पातशाह सारियां दे उत्ते किरपा कर, नाम बाणी दे नाल जोड़न, बाणी बाणे दी बख्शिश करन। आओ गुरफतेह दी सांझ करके समाप्ति में शामिल होइए जी। देहो सजण असीसड़ियाँ ज्यों होवै साहिब स्यों में। वाहिगुरु जी का खालसा, वाहिगुरु जी की फतेह।